ਦੋਸਤੋ ਇੱਕ ਵਾਰੀ ਤੁਹਾਡਾ ਫਿਰ ਸਵਾਗਤ ਹੈ ਜੀ ਇਸ 8ਵੇਂ ਚੈਪਟਰ ਦੇ ਵਿੱਚ, ਜਿਹੜਾ ਕਿ LLQP ਦਾ ਕੈਨੇਡਾ ਦੇ ਵਿੱਚ ਲਾਈਫ ਇੰਸ਼ੋਰੈਂਸ ਜਿਹੜਾ ਮੌਜੂਲ ਹੈਗਾ ਉਹਦਾ 8ਵਾਂ ਚੈਪਟਰ ਹੈਗਾ। ਇਹਦੇ ਵਿੱਚ ਬਿਜ਼ਨਸ ਲਾਈਫ ਇੰਸ਼ੋਰੈਂਸ ਦੀ ਗੱਲ ਆਪਾਂ ਕਰਾਂਗੇ ਕਿ ਅਗਰ ਕੋਈ ਬੰਦਾ ਬਿਜ਼ਨਸ ਰਨ ਕਰਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਦੀ ਜਿਹੜੀ ਲੋੜ ਪੈਂਦੀ ਹੈਗੀ ਆ। ਕਈ ਹੋਰ ਤਰ੍ਹਾਂ ਦੀ ਵੀ ਇੰਸ਼ੋਰੈਂਸ ਹੁੰਦੀ ਹੈ ਬਿਜ਼ਨਸ ਨਾਲ ਰਿਲੇਟਡ, ਪਰ ਇੱਥੇ ਆਪਾਂ ਕਿਉਂਕਿ ਸਾਡਾ ਜਿਹੜਾ ਮੋਡਿਊਲ ਹੈਗਾ ਇਹ ਪਹਿਲੇ ਵਾਲਾ ਇਹ ਲਾਈਫ ਇੰਸ਼ੋਰੈਂਸ ਨੂੰ ਡੀਲ ਕਰਦਾ, ਇਸ ਕਰਕੇ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਦੀ ਇਸ ਚੈਪਟਰ ਦੇ ਵਿੱਚ ਗੱਲ ਕਰਾਂਗੇ। ਅਤੇ ਕੀ ਪਰਪਜ਼ ਹੁੰਦਾ ਇਹਦੇ ਵਿੱਚ 3 ਪੁਆਇੰਟ ਦੇ ਪ੍ਰੋਟੈਕਟਿੰਗ ਦਾ ਬਿਜ਼ਨਸ ਫਰੋਮ ਦਾ ਡੈਥ ਆਫ ਏ ਕੀ ਏਮਪਲਾਈ ਔਰ ਸ਼ੇਅਰ ਹੋਲਡਰ, ਕਿ ਜੇ ਮੰਨ ਲਓ ਕੋਈ ਬਿਜ਼ਨਸ ਚੱਲ ਰਿਹਾ ਹੈਗਾ, ਕੋਈ ਰਨ ਕਰ ਰਿਹਾ, ਅਤੇ ਅਗਰ ਕੀ ਪਰਸਨ ਜਿਹਦੇ ਸਿਰ ਦੇ ਉੱਤੇ ਵੀ ਸਾਰਾ ਬਿਜ਼ਨਸ ਡਿਪੈਂਡੈਂਟ ਹੈਗਾ, ਜੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਬਿਜ਼ਨਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਉਸ ਨੂੰ ਕਵਰ ਕਰਨ ਵਾਸਤੇ ਉਹਦੀ ਲਾਈਫ ਇੰਸ਼ੋਰੈਂਸ ਲੈਣੀ ਪੈਂਦੀ ਹੈਗੀ ਹੈ। ਫੰਡਿੰਗ ਇਹ ਬਾਏ ਸੈਲ ਐਗਰੀਮੈਂਟ ਨੂੰ ਫੰਡ ਕਰਨ ਵਾਸਤੇ ਇਹਦੇ ਬਾਰੇ ਅੱਗੇ ਆਪਾਂ ਜਿਹੜੀ ਹੈ ਜਾਣਕਾਰੀ ਲਵਾਂਗੇ ਕਿ ਬਾਏ ਸੈਲ ਐਗਰੀਮੈਂਟ ਕੀ ਹੁੰਦਾ। ਪ੍ਰੋਵਾਈਡਿੰਗ ਐਡੀਸ਼ਨਲ ਕੰਪਨਸੇਸ਼ਨ ਫਾਰ ਅ ਹਾਈਲੀ ਵੈਲਿਊਡ ਇੰਪਲਾਈਡ, ਅਤੇ ਇਹਦੇ ਬਾਰੇ ਵੀ ਜਿਹੜੀ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ। ਜਿਵੇਂ ਹੁਣ ਜੇ ਇਹ ਹੈਗਾ ਕਿ ਪੋਟੈਂਸ਼ੀਅਲ ਇੰਪੈਕਟਸ ਆਫ ਦਾ ਡੈਥ ਆਫ ਏ ਬਿਜ਼ਨਸ, ਪੋਟੈਂਸ਼ੀਅਲ ਇੰਪੈਕਟਸ ਆਫ ਡੈਥ ਔਨ ਏ ਬਿਜ਼ਨਸ, ਕੋਈ ਵੀ ਅਗਰ ਕੋਈ ਡੈਥ ਹੋ ਜਾਂਦੀ ਹੈ ਅਤੇ ਬਿਜ਼ਨਸ ਦਾ ਉਹਦੇ 'ਤੇ ਕੀ ਅਸਰ ਹੁੰਦਾ ਹੈਗਾ। ਜੇ ਕੋਈ ਕੀ ਪਰਸਨ ਹੈਗਾ ਤਾਂ ਦੇਖੋ ਵੀ ਲੋਸ ਆਫ ਸਕਿੱਲਸ, ਵੀ ਜਿਹੜੇ ਮੰਨ ਲਓ ਕੋਈ ਇੰਜੀਨੀਅਰ ਹੈਗਾ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ, ਅਤੇ ਜੇ ਉਹਨੂੰ ਹੀ ਸਾਰਾ ਕੁਛ ਪਤਾ ਹੈਗਾ, ਅਤੇ ਜੇ ਉਹਦੀ ਡੈਥ ਹੋ ਜਾਂਦੀ ਹੈਗੀ ਹੈ ਤਾਂ ਬਿਜ਼ਨਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਕ੍ਰੈਡਿਟਰ ਡਿਮਾਂਡਸ, ਇਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਇਹਦੇ ਵਿੱਚ ਇਹ ਹੁੰਦਾ ਕਿ ਬਹੁਤ ਸਾਰੇ ਲੋਨ ਹੁੰਦੇ ਨੇ ਜਿਹੜਾ ਬੰਦਾ ਬੈਂਕ ਕੋਲੋਂ ਜਾਂ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਲੈਂਦਾ, ਤਾਂ ਉਹਨਾਂ ਦੀ ਡਿਮਾਂਡ ਵੀ ਹੁੰਦੀ ਹੈ ਕਿ ਬੰਦੇ ਦੀ ਜਿਹੜੀ ਹੈ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਆ। ਬੇਸਿਕਲੀ ਇਹ ਉਹਨਾਂ ਵਾਸਤੇ ਹੁੰਦੀ ਜਿਹੜੇ ਡਿਮਾਂਡ ਲੋਨਸ ਹੁੰਦੇ ਨੇ, ਵੀ ਉਹਨੂੰ ਵਰਕਿੰਗ ਕੈਪੀਟਲਸ ਆਪਾਂ ਕਹਿ ਦਿੰਦੇ ਹੈਗੇ ਆ, ਇੱਕ ਬਿਜ਼ਨਸ ਨੂੰ ਦਿੱਤੀ ਹੁੰਦੀ ਹੈ, ਅਤੇ ਜੇ ਉਹ ਬੰਦੇ ਦੀ ਡੈਥ ਹੋ ਜਾਂਦੀ ਹੈ ਅਤੇ ਜਿਹਨੇ ਪੈਸੇ ਦਿੱਤੇ ਨੇ, ਲੋਨ ਦਿੱਤਾ, ਅਤੇ ਉਹ ਵਰੀਡ ਹੋ ਜਾਂਦਾ ਹੈਗਾ ਕਿ ਮੇਰੇ ਲੋਨ ਵਾਪਸ ਮੁੜਨਗੇ ਕਿ ਨਹੀਂ ਮੁੜਨਗੇ। ਇਸ ਕਰਕੇ ਉਹ ਮੇਕ ਸ਼ੋਰ ਕਰਦੇ ਨੇ ਕਿ ਸਾਡਾ ਜਿਹੜਾ ਲੋਨ ਦਿੱਤਾ ਕੰਪਨੀ ਨੂੰ ਉਹ ਇਹ ਨਾ ਹੋਵੇ ਕਿ ਵਾਪਸ ਨਾ ਹੋਵੇ, ਇਸ ਕਰਕੇ ਉਹ ਵੀ ਜਿਹੜੀ ਆ ਇੰਸ਼ੋਰੈਂਸ ਦੀ ਮੰਗ ਕਰ ਸਕਦੇ ਨੇ। ਫੈਮਿਲੀ ਇੰਟਰਫਰੈਂਸ ਬਾਰੇ ਡਿਟੇਲ 'ਚ ਅੱਗੇ ਜਾ ਕੇ ਗੱਲ ਆਪਾਂ ਕਰਾਂਗੇ। ਇਕੁਐਲਿਟੀ ਫਾਰ ਫੈਮਿਲੀ ਮੈਂਬਰਸ, ਕੈਪੀਟਲ ਗੇਨ ਟੈਕਸ, ਇਹ 5-6 ਜਿਹੜੇ ਹੈਗੇ ਨੇ ਕਾਰਨ ਹੁੰਦੇ ਨੇ ਕਿ ਹਰ ਇੱਕ ਬਿਜ਼ਨਸ ਓਨਰ ਦੇ ਕੋਲ, ਭਾਵੇਂ ਛੋਟੀ ਕੰਪਨੀ ਹੈ ਭਾਵੇਂ ਵੱਡੀ ਹੈ, ਉਹਨਾਂ ਦੇ ਕੋਲ ਇਹ ਚੀਜ਼ਾਂ ਦਾ ਜਿਹੜਾ ਹੈ ਪ੍ਰੋਵੀਜ਼ਨ ਕਰਨਾ ਚਾਹੀਦਾ। ਔਰ ਇਹਨਾਂ ਚੀਜ਼ਾਂ ਦਾ ਪ੍ਰੋਵੀਜ਼ਨ ਕਰਨ ਵਾਸਤੇ ਸਾਨੂੰ ਜਿਹੜਾ ਹੈ ਉਹ ਲਾਈਫ ਇੰਸ਼ੋਰੈਂਸ ਹੀ ਸਭ ਤੋਂ ਚੀਪੈਸਟ ਮੇਰੇ ਹਿਸਾਬ ਨਾਲ ਇੱਕ ਤਰੀਕਾ ਹੁੰਦਾ ਹੈਗਾ। ਅਤੇ ਆਪਾਂ ਇੱਕ ਦੀ ਗੱਲ ਕਿ ਅੱਗੇ ਜਾ ਕੇ ਗੱਲ ਕਰਦੇ ਹੈਗੇ ਆ। ਲਾਸ ਆਫ ਸਕਿੱਲਸ, ਵੀ ਅਗਰ ਕੋਈ ਮਤਲਬ ਸੌਖਾ ਆਪਾਂ ਸਮਝਣ ਵਾਸਤੇ ਗੱਲ ਲੈ ਲੈਣੇ, ਕੋਈ ਰੈਸਟੋਰੈਂਟ ਹੈਗਾ, ਰੈਸਟੋਰੈਂਟ ਦੇ ਵਿੱਚ ਇੱਕ ਕੁੱਕ ਹੈ, ਠੀਕ ਹੈ, ਉਹਦਾ ਮਾਲਕ ਕੋਈ ਹੋਰ ਹੈ। ਕੁੱਕ ਜਿਹੜਾ ਸਾਰਾ ਕੁਛ ਵਧੀਆ ਜਿਹੜੇ ਹੈਗੇ ਨੇ ਰੈਸਪੀਜ਼ ਬਣਾਉਂਦਾ ਹੈਗਾ, ਅਤੇ ਉਹਦਾ ਰੈਸਟੋਰੈਂਟ ਬਹੁਤ ਵਧੀਆ ਚੱਲਦਾ ਹੈਗਾ। ਪਰ ਜੇ ਉਹ ਕੁੱਕ ਦੀ ਡੈਥ ਹੋ ਜਾਂਦੀ ਹੈ ਤਾਂ ਤੁਸੀਂ ਦੇਖੋ, ਜੇ ਇੱਕ ਬਿਜ਼ਨਸ ਉੱਥੋਂ $20,000 ਮੰਨ ਲਓ ਰੈਸਟੋਰੈਂਟ ਕਮਾਉਂਦਾ ਸੀ ਮਹੀਨੇ ਦਾ ਨੈਟ ਪ੍ਰੋਫਿਟ, ਅਤੇ ਜੇ ਅਗਲੇ 6 ਮਹੀਨੇ ਵਾਸਤੇ ਉਹਨੂੰ ਉਸ ਤਰ੍ਹਾਂ ਦਾ ਕੁੱਕ ਨਹੀਂ ਲੱਭਦਾ ਹੈਗਾ ਤਾਂ ਉਹਦਾ ਕਿੰਨਾ ਮਤਲਬ ਜਿਹੜਾ ਹੈਗਾ ਨੁਕਸਾਨ ਹੋ ਜਾਂਦਾ, ਲੱਖਾਂ ਦੇ ਵਿੱਚ ਨੁਕਸਾਨ ਹੋ ਜਾਂਦਾ। ਉਹ ਨੁਕਸਾਨ ਨੂੰ ਪੂਰਾ ਕਰਨ ਵਾਸਤੇ ਇੱਕੋ ਚੀਜ਼ ਹੁੰਦੀ ਹੈ ਕਿ ਅਸੀਂ ਉਸ ਕੀ ਪਰਸਨ ਦੀ ਜਿਹੜੀ ਆ ਇੰਸ਼ੋਰੈਂਸ ਲੈ ਲਈਏ। ਕਿ ਮੈਨੂੰ ਲੱਗਦਾ ਹੈਗਾ ਕਿ ਜੇ ਮੇਰੇ ਕੁੱਕ ਦੀ ਡੈਥ ਹੋ ਜਾਂਦੀ ਹੈ ਅਤੇ ਮੇਰਾ $2 ਲੱਖ ਦਾ ਨੁਕਸਾਨ ਹੋਏਗਾ, ਤਾਂ ਮੈਂ $2 ਲੱਖ ਦੀ ਜਿਹੜੀ ਹੈਗੀ ਹੈ ਉਹਦੀ ਇੰਸ਼ੋਰੈਂਸ ਕਰਾਵਾਂਗਾ। ਸਿਰਫ ਮੇਰੀ ਸੇਲ ਦਾ ਨੁਕਸਾਨ ਨਹੀਂ, ਮੇਰੇ ਗਾਹਕ ਵੀ ਭੱਜਣੇ ਹੈਗੇ ਨੇ। ਮੰਨ ਲਓ 6 ਮਹੀਨੇ ਤਾਂ ਠੀਕ ਹੈ, ਮੈਨੂੰ 20,000 ਦਾ ਪ੍ਰੋਫਿਟ ਮੈਂ ਤਾਂ ਕੰਪਨੀ ਕੋਲੋਂ ਲੈ ਲਿਆ, ਵੀ ਉਹਦੀ $1-2 ਲੱਖ ਦੀ ਇੰਸ਼ੋਰੈਂਸ ਕਰਵਾਈ ਸੀ, ਪਰ ਜਿਹੜੇ ਮੇਰੇ ਗਾਹਕ ਟੁੱਟ ਜਾਂਦੇ ਨੇ, ਮੁੜ ਕੇ ਉਹਨਾਂ ਨੂੰ ਦੁਬਾਰਾ ਲਿਆਉਣ ਵਾਸਤੇ ਵੀ ਬਹੁਤ ਜ਼ਿਆਦਾ ਐਫਰਟਸ ਕਰਨੇ ਪੈ ਸਕਦੇ ਆ, ਤੁਹਾਨੂੰ ਐਡਵਰਟਾਈਜ਼ਮੈਂਟਸ ਕਰਨੇ ਪੈ ਸਕਦੀਆਂ। ਉਹ ਸਾਰੀ ਜਿਹੜੀ ਹੈਗਾ ਕਿ ਲੋਸ ਦੀ ਆਪਾਂ ਕੈਲਕੂਲੇਸ਼ਨ ਕਰਕੇ ਫਿਰ ਇੱਕ ਅਮਾਊਂਟ 'ਤੇ ਪਹੁੰਚਦੇ ਹੈਗੇ ਆ ਕਿ ਉਹ ਕੀ ਪਰਸਨ ਦੀ ਜਿਹੜੀ ਇੰਸ਼ੋਰੈਂਸ ਕਿੰਨੀ ਹੋਣੀ ਚਾਹੀਦੀ ਹੈਗੀ ਆ। ਪਰ ਇੱਥੇ ਆਪਾਂ ਸੈੱਲ ਨਹੀਂ ਕਰਨਾ ਹੈਗਾ, ਆਪਾਂ ਇੱਥੇ ਸਮਝਣਾ ਹੈਗਾ ਕਿ ਕੀ ਪਰਸਨ ਦੀ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹਦਾ ਕੀ ਮਕਸਦ ਹੁੰਦਾ ਹੈਗਾ। ਕੋਈ ਹਾਈਲੀ ਸਕਿਲਡ ਕਰਾਫਟਸਮੈਨ ਹੋ ਸਕਦਾ ਹੈਗਾ, ਐਂਟਰਪ੍ਰੀਨਿਓਰ ਮਤਲਬ ਵੀ ਬਹੁਤ ਜੀਨੀਅਸ ਬੰਦਾ ਕੋਈ ਹੋ ਸਕਦਾ ਹੈਗਾ, ਇਨਫਲੂਐਂਸ਼ੀਅਲ ਵਾਈਸ ਪ੍ਰੈਜ਼ੀਡੈਂਟ ਇਨਫਲੂਐਂਸ਼ੀਅਲ। ਕਈ ਵਾਰੀ ਆਪਾਂ ਨੂੰ ਲੱਗਦਾ ਕਿ
ਜਿਹੜਾ ਹੈਗਾ ਕਿ ਕੋਈ ਬੰਦੇ ਨੂੰ ਕੋਈ ਆਉਂਦਾ ਹੀ ਹੋਏਗਾ ਤਾਂ ਉਹੀ ਕੀ ਪਰਸਨ ਹੁੰਦਾ, ਪਰ ਇੱਦਾਂ ਨਹੀਂ ਹੈਗਾ। ਮੰਨ ਲਓ ਕੋਈ ਇੱਕ ਫੈਮਿਲੀ ਬਿਜ਼ਨਸ ਹੈ ਅਤੇ ਉਹ ਪਿਛਲੀ ਜਨਰੇਸ਼ਨ ਤੋਂ ਚੱਲਦਾ ਆ ਰਿਹਾ, ਅਤੇ ਉਹਦਾ ਜਿਹੜਾ ਹੈ ਪਿਓ ਹੈ ਉਹ ਗੱਦੀ ਦੇ ਉੱਤੇ ਬਹਿੰਦਾ ਹੈਗਾ, ਭਾਵੇਂ ਉਹਦੇ ਕੋਲ ਕੋਈ ਸਕਿੱਲ ਨਹੀਂ ਹੈਗੀ, ਪਰ ਉਹ ਜਿੰਨੇ ਚਿਰ ਉਹ ਬੰਦਾ ਜਿਹੜਾ, ਜਿਵੇਂ ਇੱਥੇ ਲਿਖਿਆ ਨਾ ਇਨਫਲੂਐਂਸ਼ੀਅਲ ਵਾਈਸ ਪ੍ਰੈਜ਼ੀਡੈਂਟ, ਇਹ ਮੈਂ ਦੇਸੀ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਮੰਨ ਲਓ ਕਿ ਇੱਕ ਦੁਕਾਨਦਾਰ ਜੱਦੀ ਪੁਸ਼ਤੀ ਚੱਲਦੀ ਆ ਰਹੀ ਹੈਗੀ, ਫੈਮਿਲੀ ਬਿਜ਼ਨਸ ਹੈਗਾ, ਪਿਓ ਹੁਣ ਰਿਟਾਇਰ ਹੋ ਗਿਆ ਪਰ ਗੱਦੀ 'ਤੇ ਆ ਕੇ ਬਹਿੰਦਾ ਹੈਗਾ, ਸੀਟ 'ਤੇ ਆ ਕੇ ਬਹਿੰਦਾ, ਕਾਊਂਟਰ 'ਤੇ ਆ ਕੇ ਬੈਠਦਾ ਹੈਗਾ, ਕਿਉਂਕਿ ਉਹਦੇ ਨਾਲ ਪੁਰਾਣੇ ਗ੍ਰਾਹਕ ਬਹੁਤ ਜੁੜੇ ਹੋਏ ਨੇ ਅਤੇ ਉਸ ਬਜ਼ੁਰਗ ਕਰਕੇ ਹੀ ਆਉਂਦੇ ਨੇ। ਪਰ ਜੇ ਬਜ਼ੁਰਗ ਦੀ ਡੈਥ ਹੋ ਜਾਂਦੀ, ਹੋ ਸਕਦਾ ਬਹੁਤ ਸਾਰੇ ਕਲਾਇੰਟ ਜਿਹੜੇ ਉੱਥੇ ਉਸ ਦੁਕਾਨ 'ਤੇ ਉਸ ਬਿਜ਼ਨਸ 'ਤੇ ਨਾ ਆਉਣ। ਠੀਕ ਹੈ, ਇਹ ਛੋਟੇ ਵੱਡੇ ਹਰ ਤਰ੍ਹਾਂ ਦੇ ਬਿਜ਼ਨਸ 'ਤੇ ਜਿਹੜਾ ਇੰਪੈਕਟ ਪੈਂਦਾ ਹੈਗਾ। ਤੋ ਇਸ ਕਰਕੇ ਜੇ ਉਹਦੀ ਡੈਥ ਹੋ ਜਾਂਦੀ ਹੈ ਫਿਰ ਵੀ ਬਿਜ਼ਨਸ ਦਾ ਨੁਕਸਾਨ ਹੁੰਦਾ, ਤਾਂ ਅਸੀਂ ਕਹਿੰਦੇ ਉਸ ਬਜ਼ੁਰਗ ਦੀ ਵੀ, ਜਿਹੜੀ ਰਿਟਾਇਰਡ ਪਰਸਨ ਦੀ ਵੀ ਬਿਜ਼ਨਸ ਨੂੰ ਇੰਸ਼ੋਰੈਂਸ ਲੈਣੀ ਚਾਹੀਦੀ ਹੈਗੀ ਹੈ। ਸੋ ਇਹ ਵੀ ਇੱਕ ਕਾਰਨ ਹੁੰਦਾ ਹੈਗਾ। ਕ੍ਰਿਸਮੈਟਿਕ ਸੇਲਸ ਪਰਸਨ, ਹੁਣ ਕੋਈ ਬਹੁਤ ਆਪਾਂ ਵੇਖਿਆ ਕਿ ਦੁਕਾਨ ਕਿਸੇ ਹੋਰ ਦੀ ਹੁੰਦੀ ਆ, ਪਰ ਉੱਥੇ ਇੱਕ ਸੇਲਸ ਪਰਸਨ ਬਹੁਤ ਇਨਫਲੂਐਂਸ਼ੀਅਲ ਹੁੰਦਾ, ਬਹੁਤ ਜ਼ਿਆਦਾ ਸੇਲ ਉਹ ਕਰਦਾ ਹੈਗਾ। ਜੇ ਉਹਦੀ ਡੈਥ ਹੋ ਜਾਏ ਤਾਂ ਵੀ ਕੰਪਨੀ ਦੀ ਸੇਲ ਨੂੰ ਜਿਹੜਾ ਫਰਕ ਪੈ ਸਕਦਾ, ਸੇਲ ਕਰਕੇ ਜਿਹੜਾ ਪ੍ਰੋਫਿਟ ਦਾ ਫਰਕ ਪੈ ਸਕਦਾ। ਇੰਜੀਨੀਅਰ ਦੀ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਹੈ। ਤਾਂ ਦੈਟ ਮੀਨਸ ਇਸ ਤਰ੍ਹਾਂ ਦੇ ਇੰਪਲਾਈਜ਼ ਹੁੰਦੇ ਨੇ। ਤੁਹਾਨੂੰ ਕੰਸੈਪਟ ਕਲੀਅਰ ਹੋਣਾ ਚਾਹੀਦਾ ਕਿ ਕੌਣ ਕੀ ਪਰਸਨ ਹੁੰਦਾ ਹੈਗਾ ਜਿਹਦੇ ਸਿਰ ਦੇ ਉੱਤੇ ਬਿਜ਼ਨਸ ਚੱਲਦਾ ਹੈਗਾ। ਇਹ ਸਾਰੀਆਂ ਐਗਜ਼ਾਮਪਲਸ ਹੈਗੀਆਂ, ਤੁਸੀਂ ਮਤਲਬ ਪੜ੍ਹ ਲੈਣਾ, ਈਜ਼ੀ ਹੈਗੀਆਂ। ਮੈਂ ਕਿਉਂਕਿ ਇਹਦੇ ਉੱਤੇ ਜ਼ਿਆਦਾ ਟਾਈਮ ਨਹੀਂ ਲਗਾਉਣਾ ਚਾਹੁੰਦਾ, ਕੰਸੈਪਟ ਤੁਸੀਂ ਸਮਝ ਲਿਆ ਮੇਰੀ ਗੱਲ, ਅਤੇ ਇਹ ਤੁਹਾਨੂੰ ਐਗਜ਼ਾਮਪਲਸ ਵੀ ਸਮਝ ਆ ਜਾਣੀ ਹੈਗੀ ਆ। ਕ੍ਰੈਡਿਟ ਡਿਮਾਂਡ ਤਾਂ ਇਹ ਹੁੰਦਾ ਕਿ ਵਰਕਿੰਗ ਕੈਪੀਟਲ ਕਿਸੇ ਦਾ ਬੰਦੇ ਦਾ ਬਹੁਤ ਵਧੀਆ ਰੈਪੂਟੇਸ਼ਨ ਹੈਗਾ, ਤਾਂ ਉਹਨੂੰ ਕੋਈ ਵੀ ਬੈਂਕ ਲੋਨ ਦੇਣ ਨੂੰ ਤਿਆਰ ਹੈ। ਉਹ ਕਹਿੰਦਾ ਵੀ ਠੀਕ ਆ, ਤੂੰ ਮੇਰੇ ਕੋਲ $500 ਮਿਲੀਅਨ ਜਿਹੜਾ ਹੈਗਾ ਵੀ ਲੋਨ ਲੈ ਲੈ। ਵਰਕਿੰਗ ਕੈਪੀਟਲ ਆਪਾਂ ਉਹਨੂੰ ਕਹਿੰਦੇ ਆ, ਜਾਂ ਡਿਮਾਂਡ ਲੋਨ ਕਹਿੰਦੇ ਹੈਗੇ ਆ, ਉਹ ਦੇ ਦਿੰਦੇ ਨੇ। ਪਰ ਜੇ ਮੰਨ ਲਓ ਕੀ ਪਰਸਨ ਦੀ ਡੈਥ ਹੋ ਜਾਂਦੀ ਹੈਗੀ ਆ, ਜਿਹਨੂੰ ਲੋਨ ਦਿੱਤਾ, ਅਤੇ ਜਿਹੜੀ ਕੰਪਨੀ ਨੇ ਲੋਨ ਦਿੱਤਾ ਜਾਂ ਬੈਂਕ ਨੇ ਲੋਨ ਦਿੱਤਾ, ਉਹ ਵਾਪਸ ਵੀ ਮੰਗ ਸਕਦੇ ਨੇ, ਅਤੇ ਫਿਰ ਉਹ ਪੈਸਾ ਕਿੱਥੋਂ ਆਏਗਾ ਦੇਣ ਵਾਸਤੇ ਇੱਕਦਮ। ਅਤੇ ਉਹ ਇਸ ਕਰਕੇ ਸਾਨੂੰ ਜਿਹੜਾ ਕੀ ਪਰਸਨ ਆ ਫਿਰ ਉਹਦੀ ਇੰਸ਼ੋਰੈਂਸ ਲੈਣੀ ਪੈਂਦੀ ਹੈਗੀ ਆ। ਕਈ ਵਾਰੀ ਜਿਹੜੇ ਲੋਨ ਦੇਣ ਵਾਲੇ ਉਹੀ ਡਿਮਾਂਡ ਕਰਦੇ ਨੇ ਕਿ ਲੋਨ ਤਾਂ ਅਸੀਂ ਤੁਹਾਨੂੰ ਦੇ ਦਿਆਂਗੇ, ਪਰ ਸਾਨੂੰ ਜਿਹੜੇ ਹੈਗੇ ਇਹ ਸ਼ੋਅ ਕਰੋ ਕਿ ਇਹਦੀ ਇੰਸ਼ੋਰੈਂਸ ਹੋਈ ਹੈਗੀ ਆ। ਫੈਮਿਲੀ ਮੈਂਬਰ ਇੰਟਰਫਰੈਂਸ, ਕਈ ਵਾਰੀ ਕੀ ਹੁੰਦਾ ਕਿ ਕੋਈ ਬਿਜ਼ਨਸ ਹੈ ਅਤੇ ਉਹਦੇ ਮਲਟੀਪਲ ਓਨਰਸ ਹੈਗੇ ਨੇ। ਮੰਨ ਲਓ ਕਿ ਸੌਖਾ ਸਮਝਣ ਵਾਸਤੇ ਆਪਾਂ ਲੈ ਲੈਣਾ ਵੀ 2 ਓਨਰ ਨੇ, ਦੋਨਾਂ ਦੇ ਪਾਰਟਨਰਸ਼ਿਪ ਜਿਹੜਾ ਬਿਜ਼ਨਸ ਚੱਲਦਾ ਬੜਾ ਵਧੀਆ। ਜੇ ਇੱਕ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉਹਦਾ ਫੈਮਿਲੀ ਮੈਂਬਰ ਜਿਹੜਾ ਹੈਗਾ ਕਿ ਓਨਰ ਬਣ ਜਾਂਦਾ ਹੈਗਾ ਲੀਗਲੀ। ਅਤੇ ਹੁਣ ਕੀ ਹੈਗਾ, ਜਿਹੜਾ ਫੈਮਿਲੀ ਮੈਂਬਰ ਨਵਾਂ ਓਨਰ ਬਣਿਆ ਉਹ ਉਸ ਪਾਰਟ ਦਾ, ਉਸ ਸ਼ੇਅਰ ਦਾ, ਤਾਂ ਫਿਰ ਕੀ ਹੋ ਸਕਦਾ ਇਨਕੈਪੇਬਲ ਹੋਵੇ, ਉਹਨੂੰ ਕੁਛ ਆਉਂਦਾ ਹੀ ਨਾ ਹੋਵੇ, ਹੋ ਸਕਦਾ ਸ਼ਰਾਬੀ ਕਬਾਬੀ ਹੋਵੇ, ਅਤੇ ਉਹ ਸਾਰੇ ਹੀ ਜਿਹੜਾ ਬਿਜ਼ਨਸ ਨੂੰ ਜਿਹੜਾ ਡਿਸਟਰਬ ਕਰ ਸਕਦਾ ਹੈਗਾ। ਤੋ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਆਵੇ, ਉਹਦੇ ਵਾਸਤੇ ਵੀ ਸਾਨੂੰ ਜਿਹੜੀ ਹੈ ਇੰਸ਼ੋਰੈਂਸ ਲੈਣੀ ਪੈਂਦੀ ਹੈ। ਉਹਦੇ ਵਿੱਚ ਇਹ ਅਰੇਂਜਮੈਂਟ ਹੁੰਦਾ ਬੇਸਿਕਲੀ ਕਿ ਮੰਨ ਲਓ ਕਿ 2 ਪਾਰਟਨਰ ਨੇ, ਦੋਨਾਂ ਦਾ ਮੰਨ ਲਓ 1-1 ਮਿਲੀਅਨ ਦਾ ਸ਼ੇਅਰ ਹੈਗਾ, ਤਾਂ ਪਹਿਲਾਂ ਹੀ ਜਿਹੜਾ ਹੈਗਾ ਐਗਰੀਮੈਂਟ ਕੀਤਾ ਜਾਂਦਾ ਵੀ ਜੇ ਇੱਕ ਦੀ ਡੈਥ ਹੋ ਜਾਂਦੀ ਆ ਤਾਂ ਉਹਦੀ ਫੈਮਿਲੀ ਵਿੱਚ ਇੰਟਰਫੇਅਰ ਨਹੀਂ ਕਰੇਗੀ, ਉਹਨੂੰ ਇੰਨੇ ਪੈਸੇ ਦੇ ਕੇ ਉਹਨੂੰ ਬਾਹਰ ਕਰ ਦਿੱਤਾ ਜਾਵੇਗਾ। ਉਹਦਾ ਪ੍ਰੋਪਰ ਇੱਕ ਜਿਹੜਾ ਹੈਗਾ ਪ੍ਰੋਸੀਜਰ ਹੈਗਾ। ਇਹ ਤੁਸੀਂ ਪੜ੍ਹੋਗੇ ਥੋੜ੍ਹਾ ਜਿਹਾ, ਆਪਾਂ ਇਹਦੇ ਵਿੱਚ ਸ਼ਾਰਟਲੀ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ। ਜਾਂ ਕਈ ਵਾਰੀ ਕੀ ਹੁੰਦਾ ਕਿ ਉਹ ਫੈਮਿਲੀ ਮੈਂਬਰ ਜਿਹੜਾ ਇਹ ਕਹਿੰਦਾ ਹੈਗਾ ਠੀਕ ਹੈ, ਮੈਂ ਵਿੱਚ ਪਾਰਟੀਸਪੇਟ ਤਾਂ ਨਹੀਂ ਕਰਨਾ ਬਿਜ਼ਨਸ ਦੇ ਵਿੱਚ, ਮੈਂ ਐਕਟਿਵਲੀ ਪਾਰਟ ਤਾਂ ਨਹੀਂ ਕਰਨਾ, ਪਰ ਮੈਂ ਵੇਚ ਦੇਣਾ ਸ਼ੇਅਰ ਆਪਣਾ, ਅਤੇ ਮੈਂ ਉਹਦਾ ਜਿਹੜਾ ਹੈਗਾ ਵੀ ਉਹ ਫਿਰ ਬਹੁਤ ਜ਼ਿਆਦਾ ਅਮਾਊਂਟ ਮੰਗ ਸਕਦਾ। ਅਤੇ ਇਹਦੇ ਵਾਸਤੇ ਇਹ ਹੀ ਹੁੰਦਾ ਕਿ ਜੇ ਤੁਸੀਂ ਬੋਦਰੇਸ਼ਨ ਦੇ ਵਿੱਚ ਨਹੀਂ ਆਉਣਾ, ਜਿਹੜੇ ਬਾਕੀ ਪਾਰਟਨਰ ਪਿੱਛੇ ਬਚਦੇ ਨੇ, ਤਾਂ ਉਹਨਾਂ ਨੂੰ ਪਹਿਲਾਂ ਹੀ ਐਗਰੀਮੈਂਟ ਕਰਕੇ ਰੱਖਣਾ ਚਾਹੀਦਾ ਹੈਗਾ ਕਿ ਅਗਰ ਇੱਕ ਦੀ ਡੈਥ ਹੁੰਦੀ ਆ ਤਾਂ ਉਹਨੂੰ ਇੰਨੇ ਪੈਸੇ ਦੇ ਕੇ ਉਹਦੀ ਫੈਮਿਲੀ ਨੂੰ ਤਾਂ ਉਹਦੇ 'ਚ ਬਾਹਰ ਉਹਨੂੰ ਕੱਢ ਦਿੱਤਾ ਜਾਏਗਾ। ਅਤੇ ਬਾਕੀ ਜਿਹੜਾ ਪਾਰਟਨਰ ਇੱਕ ਜਾਂ ਇੱਕ ਤੋਂ ਜ਼ਿਆਦਾ ਬਚਦੇ ਨੇ, ਉਹ ਸਾਰੀ ਕੰਪਨੀ ਉਹਦੇ ਨਾਲ ਹੋ ਜਾਏਗੀ। ਅੱਗੇ ਇੱਕ ਐਗਜ਼ਾਮਪਲ ਆਏਗੀ, ਉਹ ਤੋਂ ਸਾਨੂੰ ਕਾਫੀ ਇਹ ਸਮਝ ਲੱਗ ਜਾਏਗਾ। ਇੱਕ ਵੱਡੀ ਪ੍ਰੋਬਲਮ ਜਿਹੜੀ ਆਮ ਹੀ ਹੈਗੀ, ਲੋਕ ਇਹਦਾ ਖਿਆਲ ਨਹੀਂ ਕਰਦੇ ਹੈਗੇ, ਉਹ ਇਹ ਆਉਂਦੀ ਇਕੁਐਲਿਟੀ ਆਫ ਫੈਮਿਲੀ ਮੈਂਬਰਸ। ਆਪ ਮੰਨ ਲਓ ਕਿ ਕਿਸੇ ਦੇ 2 ਪੁੱਤ ਨੇ ਜਾਂ ਇੱਕ ਮੁੰਡਾ ਇੱਕ ਕੁੜੀ ਹੈਗੀ ਹੈ, ਅਤੇ ਉਹ ਕਹੇਗਾ ਕਿ ਮੈਂ ਆਪਣੇ ਐਸਟਸ ਜਿਹੜੇ ਹੈਗੇ ਨੇ ਮੈਂ ਬਰਾਬਰ ਦੇ ਕੇ ਜਾਣੇ ਨੇ। ਮੰਨ ਲਓ ਵਿਲ ਲਿਖ ਦਿੰਦਾ ਹੈਗਾ, ਉਹ ਵਿਲ 'ਤੇ ਲਿਖ ਦਿੱਤਾ ਇਕੁਅਲੀ ਅਤੇ ਕਰ ਦਿੱਤਾ, ਪਰ ਫੇਅਰ ਨਹੀਂ ਹੈਗਾ। ਫਿਰ ਇੱਦਾਂ ਕਿ ਮੰਨ ਲਓ ਕਿ ਇੱਕ ਬਿਜ਼ਨਸ ਹੈ, ਜਿਵੇਂ ਐਗਜ਼ਾਮਪਲ ਦੇ ਵਿੱਚ ਵੀ ਦਿੱਤਾ ਕਿ ਉਹਦਾ ਇੱਕ ਗਾਰਡਨਿੰਗ ਦਾ ਬਿਜ਼ਨਸ ਹੈਗਾ, ਜਿਹੜਾ ਮੁੰਡਾ ਹੈਗਾ ਉਹ ਉਹਦੇ ਵਿੱਚ ਬੜਾ ਐਕਟਿਵਲੀ ਪਾਰਟ ਕਰਦਾ ਆਪਣੀ ਮਾਂ ਦੇ ਨਾਲ, ਅਤੇ
ਹੁਣ ਜੇ ਮਾਂ ਕਹਿ ਦੇ ਕਿ ਮੈਂ ਇਕੁਅਲੀ ਜਿਹੜੀ ਉਹਦੀ ਕੁੜੀ ਹੈ ਉਹ ਡਾਕਟਰ ਹੈਗੀ ਆ, ਠੀਕ ਹੈ, ਦੋ ਵੀ ਇੱਕ ਮੁੰਡਾ ਅਤੇ ਇੱਕ ਕੁੜੀ ਆ, ਇੱਕ ਜਿਹੜਾ ਹੈਗਾ ਮਾਂ ਦੇ ਬਿਜ਼ਨਸ ਦੇ ਵਿੱਚ ਪਾਰਟੀਸਪੇਟ ਕਰਦਾ ਸ਼ੁਰੂ ਤੋਂ ਹੀ, ਔਰ ਇੱਕ ਕੁੜੀ ਜਿਹੜੀ ਉਹ ਡਾਕਟਰ ਬਣ ਗਈ ਹੈਗੀ ਆ। ਹੁਣ ਕੁੜੀ ਜਿਹੜੀ ਡਾਕਟਰ ਬਣ ਗਈ ਆ ਉਹਨੂੰ ਬਿਜ਼ਨਸ ਦੇ ਵਿੱਚ ਤਾਂ ਕੋਈ ਇੰਟਰਸਟ ਹੈ ਨਹੀਂ, ਅਤੇ ਮਾਂ ਕੀ ਕਰੇਗੀ ਕਿ ਇਹ ਚਾਹੁੰਦੀ ਹੈਗੀ ਕਿ ਮੈਂ ਇਕੁਅਲੀ ਡਿਵਾਈਡ ਕਰਾਂ ਜਿਹੜੇ ਮੇਰੇ ਐਸਟਸ ਨੇ। ਹੁਣ ਐਸਟਸ 1.5 ਮਿਲੀਅਨ ਦਾ ਜਿਹੜਾ ਉਹਦਾ ਬਿਜ਼ਨਸ ਹੈਗਾ ਜਿਹਦੇ 'ਚ ਬੇਟਾ ਉਹਦਾ ਪਾਰਟੀਸਪੇਟ ਕਰ ਰਿਹਾ ਹੈਗਾ। ਹੁਣ ਹੋਏਗਾ ਕਿ ਜੇ ਉਹ ਇਕੁਅਲੀ ਡਿਸਟਰੀਬਿਊਟ ਕਰਦੀ ਹੈ ਵੀ ਅੱਧੋ ਅੱਧ ਜਿਹੜਾ ਹੈਗਾ ਮੇਰੇ ਐਸਟਸ ਕੀਤੇ ਜਾਣ, ਅਤੇ ਹੁਣ ਉਹ ਮੁੰਡਾ ਬਚਪਨ ਤੋਂ ਜਿਹੜਾ ਹੈਗਾ ਕਿ ਉਸ ਬਿਜ਼ਨਸ ਵਿੱਚ ਪਾਰਟੀਸਪੇਟ ਕਰ ਰਿਹਾ ਸੀ, ਕੁੜੀ ਆਪਣੀ ਡਾਕਟਰੀ ਕਰਦੀ ਪਈ ਸੀ। ਕੁੜੀ ਡਾਕਟਰ ਬਣ ਗਈ, ਉਹਨੂੰ ਬਿਜ਼ਨਸ ਵਿੱਚ ਕੋਈ ਇੰਟਰਸਟ ਨਹੀਂ। ਹੁਣ ਆਪਾਂ ਲਿਖ ਦੇ ਦਿੱਤਾ ਮਾਂ ਨੇ ਕਿ ਬਰਾਬਰ ਦੇ ਵੰਡੇ ਜਾਣ, ਪਰ ਬਰਾਬਰ ਦੇ ਤੇ ਵੰਡੇ ਪਰ ਫੇਅਰ ਨਹੀਂ ਹੈਗਾ। ਆਪਾਂ ਵੀ ਚਾਹੁੰਦੇ ਕੁੜੀ ਨੂੰ ਵੀ ਬਰਾਬਰ ਦਾ ਹਿੱਸਾ ਮਿਲੇ, ਫੇਅਰ ਨਹੀਂ ਹੈਗਾ। ਪਰ ਉਹਦਾ ਕਾਰਨ ਇਹ ਹੈਗਾ ਕਿ ਨਾ ਤਾਂ ਹੁਣ ਬਿਜ਼ਨਸ ਕੁੜੀ ਨੂੰ ਪਤਾ ਹੈਗਾ ਵੀ ਬਿਜ਼ਨਸ ਕਿੱਦਾਂ ਚੱਲਣਾ ਹੈਗਾ, ਅਤੇ ਨਾ ਹੀ ਜਿਹੜਾ ਹੈਗਾ ਕਿ ਇਹ ਉਹਨੂੰ ਵੰਡਿਆ ਜਾ ਸਕਦਾ ਹੈਗਾ ਬਿਜ਼ਨਸ ਨੂੰ, ਹੈ ਨਾ। ਹੁਣ ਵਿੱਚ ਕੰਧ 'ਤੇ ਨਹੀਂ ਮਾਰ ਸਕਦੇ ਨਾ ਬਿਜ਼ਨਸ ਦੇ ਵਿੱਚ, ਉਹਨੂੰ ਆਪਾਂ ਸੇਲ ਵੀ ਨਹੀਂ ਕਰਨਾ ਚਾਹਾਂਗੇ ਜਿਹੜਾ ਇੰਨੇ ਸਾਲਾਂ ਦੀ ਮਿਹਨਤ ਨਾਲ ਬਿਜ਼ਨਸ ਐਸਟੈਬਲਿਸ਼ ਕੀਤਾ ਹੈਗਾ। ਤਾਂ ਉਹਦੇ ਵਾਸਤੇ ਕੀ ਹੁੰਦਾ ਕਿ ਫੇਅਰ ਜਿਹੜਾ ਹੈਗਾ ਪਲੈਨਿੰਗ ਕਰਨੀ ਪੈਂਦੀ ਹੈਗੀ, ਔਰ ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਪ੍ਰੋਪਰਲੀ ਜਿਹੜੀ ਹੈਗੀ ਉਹਦੀ ਪਲੈਨਿੰਗ ਕਰਨ। ਪਲੈਨਿੰਗ ਕਿਸ ਤਰ੍ਹਾਂ ਦੀ ਹੋਏਗੀ ਕਿ ਜਾਂ ਤਾਂ ਕੋਈ 1.5 ਮਿਲੀਅਨ ਦੇ ਬਰਾਬਰ ਕੋਈ ਹੋਰ ਐਸਟਸ ਹੈਗਾ ਅਤੇ ਉਹ ਕੁੜੀ ਨੂੰ ਦਿੱਤਾ ਜਾਵੇ, ਪਰ ਜੇ ਨਹੀਂ ਹੈਗਾ ਅਤੇ ਅਸੀਂ ਫਿਰ ਇਹ ਕਹਿੰਦੇ ਹੈਗੇ ਕਿ ਤੁਸੀਂ ਕੁੜੀ ਦੇ ਨਾਂ 'ਤੇ ਜਿਹੜੀ ਹੈਗੀ ਆ ਵੀ ਮਾਂ ਇੰਸ਼ੋਰੈਂਸ ਲੈ ਲੇ, ਮੰਨ ਲਓ 1 ਮਿਲੀਅਨ ਦੀ ਇੰਸ਼ੋਰੈਂਸ ਲੈ ਲਈ, ਤਾਂ 1 ਮਿਲੀਅਨ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਬੈਨੀਫਿਸ਼ੀਅਰੀ ਕੁੜੀ ਨੂੰ ਬਣਾ ਸਕਦੀ ਹੈਗੀ ਆ। ਤਾਂ ਇਸ ਤਰ੍ਹਾਂ ਇਕੁਐਲਿਟੀ ਵੀ ਹੋ ਜਾਂਦੀ ਆ ਅਤੇ ਫੇਅਰਲੀ ਜਿਹੜਾ ਹੈਗਾ ਡਿਸਟਰੀਬਿਊਸ਼ਨ ਆਫ ਐਸਟਸ ਹੋ ਜਾਂਦੇ ਹੈਗੇ ਨੇ। ਅਤੇ ਤੀਜਾ ਅਗਲੀ ਜਿਹੜੀ ਗੱਲ ਆਉਂਦੀ ਹੈਗੀ ਉਹ ਕੈਪੀਟਲ ਗੇਨਸ ਟੈਕਸ ਆਉਂਦੀ ਹੈਗੀ ਆ। ਕੈਨੇਡਾ ਦੇ ਵਿੱਚ ਕੀ ਹੈਗਾ ਕਿ ਜਦੋਂ ਵੀ ਕੋਈ ਕੈਨੇਡੀਅਨ ਟੈਕਸਪੇਅਰ ਦੀ ਡੈਥ ਹੁੰਦੀ ਆ ਅਤੇ ਜਿੰਨੇ ਵੀ ਉਹਦੇ ਐਸਟਸ ਹੁੰਦੇ ਨੇ ਉਹ ਸਾਰਿਆਂ ਦੇ ਉੱਤੇ ਜਿਹੜਾ ਜਿੰਨਾ ਵੀ ਕੈਪੀਟਲ ਗੇਨ ਹੁੰਦਾ ਉਹਦੇ ਉੱਤੇ ਟੈਕਸ ਲੱਗਦਾ ਹੈਗਾ। ਅਤੇ ਉਹ ਟੈਕਸ ਕਿੱਥੋਂ ਆਏਗਾ, ਉਹਦੇ ਵਾਸਤੇ ਸਾਨੂੰ ਲਾਈਫ ਇੰਸ਼ੋਰੈਂਸ ਜਿਹੜਾ ਹੈਗਾ ਲੈਣੇ ਪੈਂਦਾ ਹੈਗਾ। ਸਿਰਫ ਜੇ ਐਸਟਸ ਸਪਾਊਸ ਨੂੰ ਜਿਹੜੇ ਹੈਗੇ ਟਰਾਂਸਫਰ ਹੁੰਦੇ ਨੇ ਫਿਰ ਟੈਕਸ ਫਰੀ ਹੁੰਦੇ ਨੇ, ਪਰ ਜੇਕਰ ਉਹਦੇ ਕਿਡਸ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਜਾਂ ਕਿਸੇ ਚੈਰਿਟੀ ਨੂੰ ਟਰਾਂਸਫਰ ਹੁੰਦੇ ਨੇ ਤਾਂ ਉਹ ਟੈਕਸੇਬਲ ਹੁੰਦੇ ਹੈਗੇ ਨੇ। ਜਿੰਨਾ ਵੀ ਕੈਪੀਟਲ ਉਹਦੇ ਉੱਤੇ ਗੇਨ ਹੋਇਆ ਉਹਦੇ 'ਤੇ ਟੈਕਸ ਲੱਗਦਾ ਹੈਗਾ, ਤਾਂ ਉਹਦੇ ਵਾਸਤੇ ਵੀ ਸਾਨੂੰ ਲਾਈਫ ਇੰਸ਼ੋਰੈਂਸ ਲੈਣੀ ਪੈਂਦੀ ਹੈਗੀ ਹੈ, ਤਾਂ ਹੀ ਅਸੀਂ ਉਹਨੂੰ ਅਸਟੇਟ ਪਲੈਨਿੰਗ ਪ੍ਰੋਪਰ ਕਹਿ ਸਕਦੇ ਹੈਗੇ ਹਾਂ। ਅੱਗੇ ਦੱਸਿਆ ਹੈਗਾ ਕਿ ਜਿਵੇਂ ਤੇ ਮੋਟੀਆਂ ਗੱਲਾਂ ਹੋ ਗਈਆਂ ਉੱਪਰ ਜਿਹੜੀਆਂ ਵੀ ਕਿਸ ਤਰ੍ਹਾਂ ਦੇ ਜਿਹੜੀ ਹੈਗੀ ਲੋੜ ਪੈ ਸਕਦੀ ਹੈਗੀ ਹੈ ਪਲੈਨਿੰਗ ਦੀ, ਔਰ ਲਾਈਫ ਇੰਸ਼ੋਰੈਂਸ ਨਾਲ ਕਿਸ ਤਰ੍ਹਾਂ ਅਸੀਂ ਉਹਨੂੰ ਕੰਪਨਸੇਟ ਕਰ ਸਕਦੇ ਹੈਗੇ ਹਾਂ। ਅੱਗੇ ਆ ਜਾਂਦਾ ਕਿ ਬਿਜ਼ਨਸ ਟਾਈਪਸ ਕਿਸ ਤਰ੍ਹਾਂ ਦੇ ਹੋ ਗਏ ਨੇ। ਬਿਜ਼ਨਸ ਕਈ ਤਰ੍ਹਾਂ ਦੇ ਹੁੰਦੇ ਨੇ। ਸੋਲ ਪ੍ਰੋਪਰਾਈਟਰਸ਼ਿਪ ਵੀ ਬੰਦਾ ਇਕੱਲਾ ਹੀ ਮਾਲਕ ਹੈਗਾ। ਪਾਰਟਨਰਸ਼ਿਪ ਮਤਲਬ 2 ਜਾਂ 2 ਤੋਂ ਵੱਧ ਬੰਦੇ ਜਿਹੜੇ ਹੈਗੇ ਨੇ ਉਹਦੇ ਓਨਰ ਹੈਗੇ ਨੇ, ਔਰ ਉਹਦੇ 'ਚ ਡਿਸਾਈਡ ਕੀਤਾ ਜਾਂਦਾ ਵੀ ਕਿੰਨੇ % ਜਿਹੜੇ ਹੈਗੇ ਨੇ ਕਿਸ ਪਰਸਨ ਦਾ ਹੈਗਾ। ਕਾਰਪੋਰੇਸ਼ਨਸ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ, ਪਰ ਮਤਲਬ ਇੱਕ ਤਰ੍ਹਾਂ ਦੀ ਇਹ ਕਹਿ ਲਓ ਵੀ ਕੰਪਨੀਜ਼ ਜਿਹੜੀਆਂ ਹੈਗੀਆਂ ਉਹ ਹੁੰਦੀਆਂ ਵੀ ਕੰਪਨੀ ਦੇ ਵਿੱਚ ਅੱਗੇ ਕਿਸ ਤਰ੍ਹਾਂ ਦੀਆਂ ਹੁੰਦੀਆਂ ਉਹਦੀ ਵੀ ਅੱਗੇ ਜਿਹੜੀ ਹੈਗੀ ਡਿਵੀਜ਼ਨ ਤੁਹਾਨੂੰ ਅੱਗੇ ਡਿਟੇਲ ਦੇ 'ਚ ਦੱਸਿਆ ਵੀ ਕਿਸ ਤਰ੍ਹਾਂ ਦੀ ਜਿਹੜੀ ਆ ਕਾਰਪੋਰੇਸ਼ਨ ਵਰਕ ਕਰਦੀ ਹੈਗੀ ਆ। ਸੋਲ ਪ੍ਰੋਪਰਾਈਟਰਸ਼ਿਪ ਟੋਟਲੀ ਮਤਲਬ 1 ਪਰਸਨ ਦਾ ਹੀ ਹੈਗਾ, ਉਹ ਬੰਦਾ ਅਤੇ ਉਹਦਾ ਬਿਜ਼ਨਸ ਮਤਲਬ ਸੇਮ ਚੀਜ਼ ਹੀ ਹੁੰਦੀ ਹੈਗੀ ਆ, ਅਤੇ ਇਹਨੂੰ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਕਹਿ ਦਿੰਦੇ ਹੈਗੇ ਆ। ਪਾਰਟਨਰਸ਼ਿਪ ਮਤਲਬ 2 ਜਾਂ 2 ਤੋਂ ਜ਼ਿਆਦਾ ਬੰਦੇ ਜਿਹੜੇ ਹੈਗੇ ਨੇ ਉਸ ਬਿਜ਼ਨਸ ਨੂੰ ਓਨ ਕਰਦੇ ਨੇ, ਉਹਦੀ ਜਿਹੜੀ ਹੈ ਉਹ ਪ੍ਰੋਫਿਟ ਸ਼ੇਅਰ ਕਰਦੇ ਨੇ ਜੋ ਵੀ ਉਹਨਾਂ ਦੀ ਪਾਰਟਨਰਸ਼ਿਪ ਡੀਡ ਦੇ ਵਿੱਚ ਜਾਂ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ। ਕਾਰਪੋਰੇਸ਼ਨ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਅਤੇ ਇਹਦੇ ਵਿੱਚ ਲਿਮਟਿਡ ਵੀ ਕਾਰਪੋਰੇਸ਼ਨਸ ਹੁੰਦੀਆਂ ਨੇ, ਅਤੇ ਜਾਂ ਪਬਲਿਕ ਲਿਮਟਿਡ ਜਿਹੜੀਆਂ ਕਾਰਪੋਰੇਸ਼ਨ ਹੁੰਦੀਆਂ। ਪ੍ਰਾਈਵੇਟ ਲਿਮਟਿਡ ਵੀ ਕਾਰਪੋਰੇਸ਼ਨ ਹੁੰਦੀਆਂ, ਅਤੇ ਕੁਛ ਜਿਹੜੀਆਂ ਹੈ ਉਹ ਪਬਲਿਕ ਲਿਮਟਿਡ ਹੁੰਦੀਆਂ। ਪ੍ਰਾਈਵੇਟ ਲਿਮਟਿਡ ਹੁੰਦਾ ਜਿਨ੍ਹਾਂ ਦੇ ਅੱਗੇ ਦਿੱਤਾ ਹੋਇਆ ਹੈਗਾ ਪਬਲਿਕ ਵਰਸਸ ਪ੍ਰਾਈਵੇਟ ਕਾਰਪੋਰੇਸ਼ਨ। ਜਿਹੜੀ ਅਤੇ ਪਬਲਿਕ ਜਿਹੜੀ ਹੈ ਕਾਰਪੋਰੇਸ਼ਨ ਹੈ ਉਹਦੇ ਸ਼ੇਅਰ ਜਿਹੜੇ ਹੈਗੇ ਨੇ ਕਿਸੇ ਨਾ ਕਿਸੇ ਸਟਾਕ ਐਕਸਚੇਂਜ ਦੇ ਉੱਤੇ ਜਿਹੜੇ ਲਿਸਟਡ ਹੁੰਦੇ ਨੇ, ਪਰ ਪ੍ਰਾਈਵੇਟ ਕਾਰਪੋਰੇਸ਼ਨ ਦੇ ਨਹੀਂ ਹੁੰਦੇ ਹੈਗੇ। ਪ੍ਰਾਈਵੇਟ ਕਾਰਪੋਰੇਸ਼ਨਸ ਨਾਰਮਲੀ ਜਿਹੜੀਆਂ ਉਹ ਪਾਰਟਨਰਸ਼ਿਪਸ ਵੀ ਹੁੰਦੀਆਂ ਨੇ,
ਅਤੇ ਪਲੱਸ ਜਿਹੜੇ ਪਰਸਨਲ ਵੀ ਤੁਸੀਂ ਬਣਾ ਲੈਣੇ ਕਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨਸ, ਜਿਵੇਂ ਮਤਲਬ ਟਰੱਕਿੰਗ ਵਾਲਿਆਂ ਨੇ ਆਪਣੀ ਕਾਰਪੋਰੇਸ਼ਨਸ, ਪ੍ਰੋਫੈਸ਼ਨਲ ਕਾਰਪੋਰੇਸ਼ਨਸ ਬਣਾਈਆਂ ਹੁੰਦੀਆਂ ਨੇ। ਇਸੇ ਤਰ੍ਹਾਂ ਜਿਹੜਾ ਡਾਕਟਰਸ ਹੋਏ ਉਹਨਾਂ ਨੇ ਵੀ ਜਿਹੜੀਆਂ ਹੈਗੀਆਂ ਆਪਣੇ ਪ੍ਰੋਫੈਸ਼ਨਲ ਕਾਰਪੋਰੇਸ਼ਨਸ ਬਣਾਈਆਂ ਹੁੰਦੀਆਂ। ਅਤੇ ਇਹਦਾ ਕਿ ਇਹ ਸਟਾਕ ਐਕਸਚੇਂਜ ਉੱਤੇ ਲਿਸਟਡ ਨਹੀਂ ਹੁੰਦੀਆਂ, ਬੰਦਾ ਇੱਥੇ ਹੈਗਾ ਉਹ ਹੀ ਜਿਹੜਾ ਉਹਨੂੰ ਬਣਾ ਸਕਦਾ ਹੈਗਾ, ਰੈਜ਼ੀਡੈਂਟ ਹੋਵੇ ਕੈਨੇਡਾ ਦਾ ਜਾਂ ਬਾਹਰਲਾ ਬੰਦਾ ਉਹਨੂੰ ਕੋਈ ਵੀ ਕੰਟਰੋਲ ਨਾ ਕਰਦਾ ਹੋਵੇ ਤਾਂ ਉਹਨੂੰ ਆਪਾਂ ਜਿਹੜੀਆਂ ਕਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨਸ ਕਹਿ ਦਿੰਦੇ ਹੈਗੇ ਆ। ਜਿਹੜੀਆਂ ਕਨੇਡੀਅਨ ਕੰਟਰੋਲਡ ਪ੍ਰਾਈਵੇਟ ਕਾਰਪੋਰੇਸ਼ਨਸ ਵਿੱਚ ਹੈਗੀਆਂ, ਇਹਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਕੈਪੀਟਲ ਗੇਨ ਐਗਜ਼ੈਂਪਸ਼ਨ ਮਿਲਦੀ ਹੈਗੀ ਆ, ਜਿਹੜੀ ਕਿ ਰੋਲ ਓਵਰ ਹੁੰਦੀ ਰਹਿੰਦੀ ਹੈਗੀ ਆ ਜਾਂ ਵੱਧਦੀ ਰਹਿੰਦੀ ਹੈ ਵਿਦ ਇਨਫਲੇਸ਼ਨ ਦੇ ਹਿਸਾਬ ਨਾਲ ਵੱਧਦੀ ਰਹਿੰਦੀ ਆ। ਜੇ 2019 ਦੀ ਆਪਾਂ ਗੱਲ ਕਰੀਏ ਤਾਂ 8,66,912, ਦੈਟ ਮੀਨਸ ਕਿ ਅਗਰ ਕੰਪਨੀ ਦੇ ਜਿਹੜੇ ਸ਼ੇਅਰਸ ਹੈਗੇ ਨੇ ਉਹਨਾਂ ਦੇ ਜੇ ਕੈਪੀਟਲ ਗੇਨ ਹੁੰਦੀ ਆ ਅਤੇ 8,66,912 ਤੱਕ ਉਹਨੂੰ ਕੋਈ ਟੈਕਸ ਨਹੀਂ ਲੱਗੇਗਾ। ਉਹ ਤੋਂ ਜ਼ਿਆਦਾ ਜੇ ਸ਼ੇਅਰਾਂ ਦੀ ਵੈਲਿਊ ਵਧੀ ਹੈਗੀ ਆ ਤਾਂ ਉਹ ਟੈਕਸੇਬਲ ਜਾਂ ਉਹ ਮਤਲਬ ਕੈਪੀਟਲ ਗੇਨ ਦੇ ਵਿੱਚ ਜਿਹੜੀ ਆ ਉਹ ਕਾਊਂਟ ਹੋਣਗੀਆਂ। ਅਤੇ ਇਹ ਐਗਜ਼ੈਂਪਸ਼ਨ ਜਿਹੜੀ ਹੈਗੀ ਆ ਇਹ ਅੱਗੇ ਤੋਂ ਅੱਗੇ ਵੱਧਦੀ ਰਹਿੰਦੀ ਹੈਗੀ ਆ ਐਨੂਅਲੀ ਫਾਰ ਇਨਫਲੇਸ਼ਨ ਦੇ ਹਿਸਾਬ ਨਾਲ ਜਿਹੜਾ ਹੈਗਾ ਉਹਨੂੰ ਉਹਦੀ ਵੈਲਿਊ ਜਿਹੜੀ ਆ ਉਹ ਵੱਧਦੀ ਰਹਿੰਦੀ ਹੈਗੀ ਆ, ਜਿਹੜੀ ਐਗਜ਼ੈਂਪਸ਼ਨ ਲਿਮਿਟ ਹੈਗੀ ਆ। ਅਤੇ ਇਹ ਐਗਜ਼ੈਂਪਸ਼ਨ ਲਿਮਿਟ ਇਹਦੇ 'ਚ ਸਮਝਾਈ ਹੈਗੀ ਹੈ ਵੀ ਕਿਸ ਤਰ੍ਹਾਂ ਉਹ ਕੰਮ ਕਰਦੀ ਆ। ਈਜ਼ੀ ਹੈ, ਨਹੀਂ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਮੈਂਟ ਕਰ ਦੇਣਾ ਥੱਲੇ, ਮੈਂ ਉਹਦਾ ਆਨਸਰ ਦੇ ਦਿਆਂਗਾ। ਕੀ ਪਰਸਨ ਲਾਈਫ ਇੰਸ਼ੋਰੈਂਸ ਅਤੇ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਵੀ ਉਹਦੀ ਇੰਸ਼ੋਰੈਂਸ ਕਰਾਉਣੀ ਹੈ, ਫਿਰ ਸਾਨੂੰ ਉਹਦੇ ਵਾਸਤੇ ਵੇਖਣਾ ਪੈਂਦਾ ਕਿ ਆਪਾਂ ਨਵਾਂ ਬੰਦਾ ਜਦੋਂ ਲਵਾਂਗੇ, ਰਿਕਰੂਟ ਕਰਾਂਗੇ, ਉਹਨੂੰ ਟ੍ਰੇਨਿੰਗ ਦਿਆਂਗੇ ਅਤੇ ਫਿਰ ਜਿਹੜਾ ਹੈਗਾ ਕਿ ਉਹਨੂੰ ਉਹ ਇਸ ਚੀਜ਼ 'ਤੇ ਵੀ ਟਾਈਮ ਜਿਹੜਾ ਪੈਸੇ ਵੀ ਲੱਗਣੇ ਨੇ, ਟਾਈਮ ਵੀ ਲੱਗਣਾ ਨਾ। ਫਿਰ ਜਿਹੜਾ ਲੋਸ ਹੋ ਗਿਆ ਉਹਨੂੰ ਵੀ ਆਪਾਂ ਕਾਊਂਟ ਕਰਦੇ ਹੈਗੇ ਹਾਂ। ਓਵਰਹੈਡ ਐਕਸਪੈਂਸਿਸ ਵੀ ਆਪਾਂ ਕਾਊਂਟ ਕਰਦੇ ਹਾਂ ਜੇ ਉਦੋਂ ਤੱਕ ਉਹ ਬੰਦਾ ਨਵਾਂ ਨਹੀਂ ਆ ਜਾਂਦਾ ਹੈਗਾ। ਤਾਂ ਇਸ ਹਿਸਾਬ ਨਾਲ ਆਪਾਂ ਉਹਦੀ ਵੈਲਿਊ ਕੱਢਦੇ ਹੈਗੇ ਕਿ ਕਿੰਨੀ ਉਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਆ ਕੀ ਪਰਸੈਂਟ ਦੀ। ਸਪਲਿਟ ਡਾਲਰ ਅਰੇਂਜਮੈਂਟ ਜਿਹੜਾ ਇਹਦੇ ਵਿੱਚ ਬੇਸਿਕਲੀ ਇਹ ਹੁੰਦਾ ਹੈਗਾ ਕਿ ਜਿਵੇਂ ਕੋਈ ਕੀ ਪਰਸਨ ਹੈ ਕਿਸੇ ਕੰਪਨੀ ਦੇ ਵਿੱਚ, ਹੁਣ ਮਾਲਕ ਤਾਂ ਉਹ ਹੈ ਨਹੀਂ ਹੈ ਨਾ, ਅਤੇ ਕੀ ਪਰਸਨ ਹੈ ਇੱਕ ਕੰਪਨੀ ਹੋ ਗਈ, ਇੱਕ ਕੀ ਪਰਸਨ ਹੋ ਗਿਆ। ਅਤੇ ਉਹ ਹੋਣੀ ਜਿਹੜੀ ਇੰਸ਼ੋਰੈਂਸ ਉਹ ਬੰਦੇ ਦੀ ਹੋਣੀ ਹੈ, ਪੈਸੇ ਜਿਹੜੇ ਆ ਉਹ ਕੰਪਨੀ ਨੇ ਪੇ ਕਰਨੇ ਹੈਗੇ ਨੇ। ਅਤੇ ਇਹਦੇ ਸਪਲਿਟ ਡਾਲਰ ਦੇ ਵਿੱਚ ਕੀ ਕਰਦੇ ਹੈਗੇ ਕਿ ਦੋਨੋਂ ਰਲ ਕੇ ਪੇ ਕਰ ਦਿੰਦੇ ਹੈਗੇ ਨੇ ਵੀ ਜਿਹੜਾ ਕੀ ਪਰਸਨ ਉਹ ਵੀ ਆਪਣੇ ਕੋਲ ਥੋੜ੍ਹੇ ਪੈਸੇ ਪੇ ਕਰ ਦਿੰਦੇ ਕਿਉਂਕਿ ਉਹਦੇ ਨਾਂ 'ਤੇ ਇੰਸ਼ੋਰੈਂਸ ਲਈ ਜਾ ਰਹੀ ਹੈਗੀ ਆ, ਅਤੇ ਜਾਂ ਜਿਹੜੀ ਕੰਪਨੀ ਆ ਉਹ ਵੀ ਪੇ ਕਰਦੀ ਹੈ ਕਿਉਂਕਿ ਉਹਨੂੰ ਪਤਾ ਕਿ ਇਹ ਬੰਦੇ ਦੀ ਅਗਰ ਡੈਥ ਹੁੰਦੀ ਹੈ ਤਾਂ ਮੇਰੇ ਬਿਜ਼ਨਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਪਰ ਇੱਕ ਅਰੇਂਜਮੈਂਟ ਹੋ ਜਾਂਦਾ ਵੀ ਠੀਕ ਜਦੋਂ ਇਹ ਪੋਲਿਸੀ ਮੈਚਿਓਰ ਹੋਏਗੀ ਜਾਂ ਡੈਥ ਹੋਏਗੀ ਅਤੇ ਇਹਦੇ ਪੈਸੇ ਕਿਸ ਤਰ੍ਹਾਂ ਵੰਡਣੇ ਨੇ, ਜਿਸ ਤਰ੍ਹਾਂ ਉਹ ਸਪਲਿਟ ਕਰਨ ਦਾ ਐਗਰੀਮੈਂਟ ਹੁੰਦਾ ਉਸੇ ਤਰ੍ਹਾਂ ਦਾ ਜਿਹੜੀ ਇਹਦੀ ਕੋਸਟ ਸ਼ੇਅਰਿੰਗ ਵੀ ਹੁੰਦੀ ਹੈਗੀ ਆ। ਅਤੇ ਨੋਰਮਲੀ ਇਹ ਘੱਟ ਹੀ ਹੁੰਦੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਪੋਲਿਸੀਜ਼, ਜ਼ਿਆਦਾ ਕਰਕੇ ਜਿਹੜੇ ਬੰਦੇ ਆ ਓਨਰ ਹੈਗੇ ਨੇ ਖੁਦ ਆਪਣੇ ਬਿਜ਼ਨਸ ਦੇ ਉਹ ਇਸ ਤਰ੍ਹਾਂ ਦੀਆਂ ਪੋਲਿਸੀਜ਼ ਲੈਂਦੇ ਨੇ, ਪਰ ਉਹਦੇ ਟੈਕਸ ਕੰਸੀਕੁਐਂਸਿਸ ਹੈਗੇ ਨੇ। ਪਰ ਬਹੁਤਾ ਜ਼ਿਆਦਾ ਮੈਨੂੰ ਅੱਜ ਕੱਲ੍ਹ ਲੱਗਦਾ ਨਹੀਂ ਕਿ ਇਹ ਵੀ ਫੇਮਸ ਹੈਗੀ ਹੈ ਪੋਲਿਸੀ, ਪਰ ਕਿਉਂਕਿ ਸਭ ਇਹਦੇ ਵਿੱਚ ਹੈਗੇ ਅਤੇ ਆਪਾਂ ਨੂੰ ਥੋੜ੍ਹਾ ਪੜ੍ਹ ਲੈਣਾ ਚਾਹੀਦਾ ਹੈਗਾ। ਫਿਰ ਇਹਦਾ ਟੈਕਸ ਕਿਸ ਤਰ੍ਹਾਂ ਲੱਗਦਾ ਹੈਗਾ, ਇਹ ਕੋਈ ਇਹਦਾ ਕੋਈ ਪੱਕਾ ਕਾਨੂੰਨ ਤਾਂ ਨਹੀਂ ਹੈਗਾ, ਇਨਕਮ ਟੈਕਸ ਐਕਟ ਦੇ ਵਿੱਚ ਕੁਛ ਕਲੀਅਰੀਫਾਈ ਨਹੀਂ ਕੀਤਾ ਹੈਗਾ। ਪਰ ਜਦੋਂ ਕੋਈ ਇੱਦਾਂ ਦਾ ਸਿਚੁਏਸ਼ਨ ਆਉਂਦੀ ਹੈ ਤਾਂ ਜਿਹੜੀ CRA ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਆਫਿਸਰ ਹੁੰਦਾ ਹੈਗਾ ਉਹ ਜੋ ਵੀ ਪ੍ਰੈਕਟਿਸ ਹੈਗੀ ਆ, ਲਾਅ ਹੈਗੀ ਆ, ਉਹਦੇ ਮੁਤਾਬਕ ਦੇਖਦਾ ਕਿ ਕਿਹਨੂੰ ਕਿੰਨਾ ਫਾਇਦਾ ਹੋ ਰਿਹਾ ਹੈਗਾ, ਉਸ ਹਿਸਾਬ ਨਾਲ ਉਹ ਟੈਕਸ ਕੈਲਕੂਲੇਟ ਕਰ ਦਿੰਦਾ ਹੈ ਜਾਂ ਐਗਜ਼ੈਂਪਟ ਕਰ ਦਿੰਦਾ ਹੈਗਾ। ਕਈ ਵਾਰੀ ਜਦੋਂ ਆਪਾਂ ਕਿਤੋਂ ਲੋਨ ਲੈਂਦੇ ਹੈਗੇ ਆ ਤਾਂ ਉਹਨਾਂ ਦੀ ਵੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਕਿ ਉਹਨੇ ਰਿਕੁਆਇਰਮੈਂਟ ਆ ਜਾਂਦੀ ਹੈਗੀ ਹੈ ਕਿ ਨਹੀਂ ਜੀ ਤੁਸੀਂ ਆਪਣੀ ਇੰਸ਼ੋਰੈਂਸ ਲਓ ਤਾਂ ਕਿ ਇੰਸ਼ੋਰੈਂਸ ਕੰਪਨੀ ਤਾਂ ਕਿ ਜਿਹੜਾ ਬੈਂਕ ਲੋਨ ਦੇ ਰਿਹਾ ਹੈਗਾ ਉਹਨੂੰ ਕੋਈ ਰਿਸਕ ਨਾ ਰਵੇ। ਉਹਨੂੰ ਪਤਾ ਹੈ ਕਿ ਜੇ ਅਗਰ ਬੰਦੇ ਦੀ ਡੈਥ ਹੁੰਦੀ ਆ ਤਾਂ ਮੇਰਾ ਜਿਹੜਾ ਦਿੱਤਾ ਹੋਇਆ ਲੋਨ ਉਹ ਸੇਫ ਹੈਗਾ। ਬਾਏ ਸੈਲ ਐਗਰੀਮੈਂਟ ਦੇ ਵਿੱਚ ਮੋਸਟਲੀ ਜਿਹੜੇ ਹੈਗੇ ਨੇ ਜਦੋਂ ਇੱਕ ਤੋਂ ਜ਼ਿਆਦਾ ਓਨਰ ਹੁੰਦੇ ਨੇ ਉਹਦੇ ਵਿੱਚ ਹੁੰਦਾ ਕਿ ਅਗਰ ਇੱਕ ਦੀ ਡੈਥ ਹੋ ਜਾਂਦੀ ਹੈ ਤਾਂ ਦੂਸਰਾ ਬੰਦਾ ਜਿਹੜਾ ਹੈਗਾ ਉਹਦੇ ਸ਼ੇਅਰ ਖਰੀਦ ਲੈਂਦਾ ਹੈਗਾ। ਅਤੇ ਇਹ ਕਈ ਤਰ੍ਹਾਂ ਦਾ ਹੁੰਦਾ ਬਾਏ ਸੈਲ ਐਗਰੀਮੈਂਟ, ਜਿਵੇਂ ਦੋ ਪਾਰਟਨਰ ਨੇ ਦੋਨੇ ਇੱਕ ਦੂਜੇ ਦੀ ਇੰਸ਼ੋਰੈਂਸ ਖਰੀਦ ਲੈਂਦੇ ਜਾਂ ਐਗਰੀਮੈਂਟ ਹੁੰਦਾ ਕਿ ਇੱਕ ਦੂਜੇ ਦੇ ਜਿਹੜੇ ਹੈਗੇ ਨੇ ਉਹ ਸ਼ੇਅਰ ਖਰੀਦ ਲੈਣਗੇ। ਜੇ ਇੱਕ ਦੀ ਡੈਥ ਹੋ ਜਾਂਦੀ ਤਾਂ ਦੂਸਰਾ ਬੰਦਾ ਖਰੀਦ ਲਏਗਾ ਤਾਂ ਉਹਦੇ
ਵਾਸਤੇ ਉਹ ਕੀ ਕਰੇਗਾ ਕਿ ਉਹਨੂੰ ਪੇਮੈਂਟ ਕਰੇਗਾ ਉਹਦੇ ਜਿੰਨੇ ਸ਼ੇਅਰ ਬਣਦੇ ਸੀ। ਤਾਂ ਉਹਦੀ ਵੈਲਿਊ ਜਿਹੜੀ ਹੈਗੀ ਹੈ ਐਨੂਅਲੀ ਜਿਹੜੀ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਉਹ ਸੈੱਟ ਕਰ ਦਿੰਦੇ ਕਿ ਇੱਕ ਸ਼ੇਅਰ ਦੀ ਵੈਲਿਊ ਇੰਨੀ ਹੈ ਅਤੇ ਇਹਦੇ ਬਰਾਬਰ ਜਿਹੜੇ ਹੈਗੇ ਨੇ ਤੂੰ ਮੇਰੇ ਜਿਹੜੇ ਬੈਨੀਫੀਸ਼ੀਅਰੀਜ਼ ਹੈਗੇ ਨੇ, ਮੇਰਾ ਫੈਮਿਲੀ ਹੈਗੀ ਉਹਨੂੰ ਤੂੰ ਪੇ ਕਰੇਂਗਾ ਅਤੇ ਜਿਹੜੇ ਸ਼ੇਅਰ ਮੇਰੇ ਤੂੰ ਲੈ ਲਏਗਾ। ਇਹਨੂੰ ਬਾਏ ਸੈਲ ਐਗਰੀਮੈਂਟ ਕਹਿੰਦੇ ਨੇ। ਇਹ ਕਾਫੀ ਥੋੜ੍ਹੇ ਜਿਹੇ ਬਰੀਕੀ ਜਿਹੇ ਵਾਲੇ ਜਿਹੜੇ ਇਹਦੇ 'ਚ ਫ਼ਰਕ ਹੈਗੇ ਨੇ ਵੀ ਕਿਸ ਤਰ੍ਹਾਂ ਬਾਏ ਸੈਲ ਐਗਰੀਮੈਂਟ ਕੀਤਾ ਜਾ ਸਕਦਾ ਹੈਗਾ। ਜਿਹੜੇ ਪਾਰਟਨਰਸ ਦੇ ਨਾਲ ਵੀ ਹੋ ਜਾਂਦਾ ਹੈਗਾ ਬਾਏ ਸੈਲ ਐਗਰੀਮੈਂਟ, ਤੁਹਾਡੀ ਆਪਣੀ ਕੰਪਨੀ ਦੇ ਨਾਲ ਵੀ ਹੋ ਜਾਂਦਾ, ਠੀਕ ਹੈ। ਅਤੇ ਉਹ ਵੀ ਜਿਹੜਾ ਹੈਗਾ ਤੁਸੀਂ ਪੜ੍ਹੋਗੇ, ਮੈਨੂੰ ਲੱਗਦਾ ਕਿ ਇੰਟਰਸਟਿੰਗ ਹੈਗਾ। ਇੰਨੀ ਕੁ ਵੀ ਮੈਂ ਗੱਲ ਜਿਹੜੀ ਤੁਹਾਨੂੰ ਦੱਸ ਦਿੱਤੀ ਆ, ਇਹਦੇ ਨਾਲ ਹੀ ਤੁਹਾਨੂੰ ਇਹ ਸਮਝ ਲੱਗ ਜਾਏਗਾ ਕਿ ਬਹੁਤਾ ਟੈਕਨੀਕਲ ਨਹੀਂ ਹੈਗਾ। ਕ੍ਰਾਸ ਪਰਚੇਜ ਐਗਰੀਮੈਂਟ ਵੀ ਜੇ ਇੱਕ ਓਨਰ ਦੀ ਡੈਥ ਹੋ ਜਾਂਦੀ ਤਾਂ ਦੂਸਰਾ ਜਿਹੜਾ ਹੈਗਾ ਉਹਦੇ ਸ਼ੇਅਰ ਖਰੀਦ ਲਏਗਾ, ਅਤੇ ਉਹਦੀ ਵੈਲਿਊ ਜਿਹੜੀ ਹੈਗੀ ਹੈ ਉਹ ਪਹਿਲਾਂ ਹੀ ਡਿਸਾਈਡ ਕੀਤੀ ਹੁੰਦੀ ਹੈ। ਵਾਈ ਬਾਏ ਸੈਲ ਐਗਰੀਮੈਂਟਸ ਆਰ ਇੰਪੋਰਟੈਂਟ, ਕਿਉਂਕਿ ਅਗਰ ਇੱਕ ਬੰਦੇ ਦੀ ਡੈਥ ਹੋ ਜਾਂਦੀ ਹੈ ਪਾਰਟਨਰ ਦੀ ਅਤੇ ਉਹਦੀ ਫੈਮਿਲੀ ਵਿੱਚ ਆ ਕੇ ਇੰਟਰਫੇਅਰ ਕਰੇਗੀ ਅਤੇ ਹੋ ਸਕਦਾ ਕਿ ਬਿਜ਼ਨਸ ਵਧੀਆ ਨਾ ਚੱਲੇ। ਤੋ ਇਸ ਕਰਕੇ ਵੀ ਜਿਹੜਾ ਇਹ ਬਾਏ ਸੈਲ ਐਗਰੀਮੈਂਟ ਜ਼ਰੂਰੀ ਹੁੰਦਾ। ਦੂਜਾ ਦਾ ਫਾਇਦਾ ਇਹ ਵੀ ਹੁੰਦਾ ਵੀ ਗਰੰਟਿਡ ਜਿਹੜਾ ਹੈਗਾ ਬਾਇਰ ਮਿਲ ਜਾਂਦਾ। ਮੰਨ ਲਓ ਕਿ ਹੁਣ ਕੋਈ ਵੀ ਪਾਰਟਨਰਸ਼ਿਪ ਫਰਮ ਚੱਲਦੀ ਪਈ ਸੀ, ਇੱਕ ਪਾਰਟਨਰ ਦੀ ਡੈਥ ਹੋ ਜਾਂਦੀ ਹੈ, ਮੰਨ ਲਓ ਬਾਏ ਸੈਲ ਐਗਰੀਮੈਂਟ ਨਹੀਂ ਕੀਤਾ ਹੈਗਾ, ਅਤੇ ਜਿਹੜੇ ਪਾਰਟਨਰ ਦੀ ਡੈਥ ਹੋ ਗਈ ਆ ਉਹਦੀ ਫੈਮਿਲੀ 'ਚ ਚਾਹੇਗੀ ਵੀ ਕਿ ਮੈਂ ਆਪਣੇ ਜਿਹੜੇ ਸਾਡਾ ਹਿੱਸਾ ਹੈਗਾ ਹੀ ਵੇਚ ਦਈਏ, ਤਾਂ ਉਹਨੂੰ ਵੇਚਣ ਵਾਸਤੇ ਉਹਨੂੰ ਬਾਇਰ ਲੱਭਣਾ ਬੜਾ ਔਖਾ ਹੋਏਗਾ। ਬਾਏ ਸੈਲ ਐਗਰੀਮੈਂਟ ਦੇ ਵਿੱਚ ਘੱਟੋ ਘੱਟ ਗਰੰਟਿਡ ਬਾਇਰ ਤਾਂ ਹੈਗਾ ਵੀ ਦੂਸਰੇ ਪਾਰਟਨਰ ਜਿਹੜਾ ਖਰੀਦ ਲੈਣਾ ਹੈਗਾ। ਫਿਰ ਗਰੰਟਿਡ ਵੈਲਿਊ ਹੈਗੀ ਹੈ, ਪਹਿਲਾਂ ਹੀ ਡਿਸਾਈਡ ਕੀਤਾ ਕਿ ਕਿਸ ਰੇਟ 'ਤੇ ਜਿਹੜਾ ਹੈਗਾ ਉਹਦਾ ਸ਼ੇਅਰ ਵੇਚਣਾ ਹੈਗਾ। ਫਿਰ ਮੈਂਡੇਟੋਰੀ ਸੇਲ ਹੈਗੀ ਆ, ਜਿਹੜਾ ਸਰਵਾਈਵਰ ਹੈਗਾ ਬੰਦਾ ਉਹਨੂੰ ਵੀ ਜਿਹੜਾ ਹੈਗਾ ਫਾਇਦਾ ਹੈਗਾ ਕਿ ਪਹਿਲਾਂ ਹੀ ਪਤਾ ਕਿ ਮੈਂ ਆਹ ਚੀਜ਼ ਮੈਂ ਖਰੀਦਣੀ ਹੈਗੀ ਆ, ਠੀਕ ਹੈ। ਤਾਂ ਸਾਰਾ ਕੁਛ ਪਹਿਲਾਂ ਹੀ ਡਿਸਾਈਡਡ ਹੈਗਾ। ਇਸ ਕਰਕੇ ਜਿਹੜਾ ਬਿਜ਼ਨਸ ਨੂੰ ਕੋਈ ਵੀ ਨੁਕਸਾਨ ਹੋਣ ਦੇ ਜਿਹੜੇ ਚਾਂਸਿਸ ਬਹੁਤ ਘੱਟ ਨੇ। ਅਤੇ ਜਿਹੜਾ ਇਹਨੂੰ ਫੰਡ ਕਰਨਾ, ਪੈਸੇ ਕਿੱਥੋਂ ਆਉਣੇ ਨੇ ਸ਼ੇਅਰ ਖਰੀਦਣ ਵਾਸਤੇ, ਅਸੀਂ ਉਹਦੇ ਨਾਲ ਹੀ ਜਿਹੜੀ ਹੈ ਇੰਸ਼ੋਰੈਂਸ ਲੈਣੀ ਹੈਗੀ ਹੈ। ਲਾਈਫ ਇੰਸ਼ੋਰੈਂਸ ਤੋਂ ਜਿਹੜੇ ਪੈਸੇ ਆਉਣਗੇ ਉਹਦੇ ਨਾਲ ਉਸ ਬੰਦੇ ਦੇ ਜਿਹੜੇ ਸ਼ੇਅਰ ਉਹ ਕੰਪਨੀ ਨੇ ਜਾਂ ਪਾਰਟਨਰ ਨੇ ਖਰੀਦ ਲੈਣੇ ਹੈਗੇ ਨੇ। ਕ੍ਰਿਸ ਕ੍ਰਾਸ ਇੰਸ਼ੋਰੈਂਸ ਦਾ ਮਤਲਬ ਹੁੰਦਾ ਵੀ ਦੋਨੋਂ ਪਾਰਟਨਰ, ਮੰਨ ਲਓ ਕਿਸੇ ਕੰਪਨੀ ਦੇ ਦੋ ਪਾਰਟਨਰ ਨੇ, ਉਹ ਕੀ ਕਰਦੇ ਨੇ ਇੱਕ ਦੂਜੇ ਦੇ ਉੱਤੇ ਜਿਹੜੀ ਹੈ ਇੰਸ਼ੋਰੈਂਸ ਖਰੀਦ ਲੈਂਦੇ ਹੈਗੇ ਨੇ। ਸੋ ਇਹ ਇੱਕ ਐਗਜ਼ਾਮਪਲ ਸਮਝਾਈ ਹੋਈ ਹੈ ਕਿ ਇਹ ਜੈਕਲ ਇਨਕਾਰਪੋਰੇਸ਼ਨ ਹੈਗੀ ਆ, 50% ਜੈਕ ਦੇ ਨੇ, ਐਲਫਰੈਡ ਦੇ 50% ਨੇ, ਅਤੇ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਇੱਕ ਹੈਗੀ ਹੈ। ਜੈਕ ਕੀ ਕਰਦਾ ਹੈਗਾ, ਇੰਸ਼ੋਰੈਂਸ ਲੈਂਦਾ ਐਲਫਰੈਡ 'ਤੇ ਪ੍ਰੀਮੀਅਮ ਉਹ ਪੇ ਕਰਦਾ ਹੈ। ਇੱਦਾਂ ਹੀ ਐਲਫਰੈਡ ਜਿਹੜਾ ਹੈਗਾ ਪੇ ਇੰਸ਼ੋਰੈਂਸ ਲੈਂਦਾ ਜੈਕ 'ਤੇ ਉਹ ਇੰਸ਼ੋਰੈਂਸ ਕੰਪਨੀ ਨੂੰ ਪ੍ਰੀਮੀਅਮ ਪੇ ਕਰਦਾ ਹੈਗਾ। ਇਹ ਪਹਿਲਾਂ ਦੀ ਗੱਲ ਹੈਗੀ ਆ। ਪਰ ਜੇ ਹੁਣ ਬਾਅਦ 'ਚ ਕੀ ਹੋਏਗਾ, ਸੇ ਕਿ ਜੈਕ ਦੀ ਡੈਥ ਹੋ ਜਾਂਦੀ ਹੈ ਅਤੇ ਜੈਕ ਦੀ ਜਿਹੜੀ ਹੈਗੀ ਹੈ ਸ਼ੇਅਰ ਉਹ ਕਿੱਥੇ ਚਲੇ ਜਾਣਗੇ, ਐਲਫਰੈਡ ਨੂੰ ਚਲੇ ਜਾਣਗੇ। ਅਤੇ ਐਲਫਰੈਡ ਜਿਹੜਾ ਹੈ ਉਹ ਪੈਸੇ ਪੇ ਕਰੇਗਾ ਜੈਕ ਦੇ ਐਸਟੇਟ ਨੂੰ, ਉਹਦੀ ਫੈਮਿਲੀ ਨੂੰ। ਅਤੇ ਉਹ ਪੈਸੇ ਕਿੱਥੋਂ ਆਉਣਗੇ, ਜਿਹੜਾ ਟੈਕਸ ਫਰੀ ਡੈਥ ਬੈਨੀਫਿਟ ਉਹਨੂੰ ਆਇਆ ਇੰਸ਼ੋਰੈਂਸ ਕੰਪਨੀ ਕੋ, ਉਹਦੇ ਨਾਲ ਜਿਹੜੇ ਉਹ ਕੈਸ਼ ਉਹਨੂੰ ਪੇ ਕਰ ਦੇਗਾ ਜੈਕ ਦੇ ਐਸਟੇਟ ਨੂੰ, ਉਹਦੀ ਫੈਮਿਲੀ ਨੂੰ। ਅਤੇ ਇਹਦੇ ਨਾਲ ਕੀ ਹੋਏਗਾ ਕਿ ਜੈਕਲ ਇਨਕਾਰਪੋਰੇਸ਼ਨ ਦਾ 100% ਓਨਰ ਜਿਹੜਾ ਐਲਫਰੈਡ ਬਣ ਜਾਏਗਾ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਿ ਜਿਵੇਂ ਆਪਾਂ ਕ੍ਰਿਸ ਕ੍ਰਾਸ ਕਰ ਰਹੇ ਸੀ, ਪਰ ਬਿਜ਼ਨਸ ਓਨਡ ਇੰਸ਼ੋਰੈਂਸ ਵੀ ਦੋਨੋਂ ਜਿਹੜੇ ਹੈਗੇ ਪਾਰਟਨਰ ਉਹਨਾਂ ਦੀ ਇੰਸ਼ੋਰੈਂਸ ਕੌਣ ਲਏਗਾ, ਵੀ ਕੰਪਨੀ ਹੀ ਲੈ ਰਹੀ ਹੈਗੀ ਆ। ਇਹਦੇ ਨਾਲ ਕਾਫੀ ਜਿਹੜਾ ਹੈ ਕਲੈਰਿਟੀ ਰਹਿੰਦੀ ਹੈ ਅਤੇ ਸੌਖਾ ਵੀ ਰਹਿੰਦਾ ਹੈਗਾ। ਜਿੰਨਾ ਵੀ ਜਿਹੜਾ ਹੈਗਾ ਕਿ ਰੋਲ ਆਫ ਕੈਪੀਟਲ ਡਿਵੀਡੈਂਡ ਅਕਾਊਂਟ। ਕੈਪੀਟਲ ਡਿਵੀਡੈਂਡ ਅਕਾਊਂਟ ਕੀ ਹੁੰਦਾ ਹੈਗਾ ਕਿ ਕੰਪਨੀ ਦੇ ਵਿੱਚ ਇੱਕ ਅਕਾਊਂਟ ਬਣਿਆ ਹੁੰਦਾ ਜਿਹਦੇ ਵਿੱਚ ਉਹ ਮੰਨ ਲਓ ਕਿ ਕੰਪਨੀ ਨੂੰ ਕੈਪੀਟਲ ਗੇਨ ਹੋਇਆ ਸੀ 1 ਮਿਲੀਅਨ ਦਾ, ਹੈ ਨਾ, ਅਤੇ 1 ਮਿਲੀਅਨ ਦਾ ਕੈਪੀਟਲ ਗੇਨ ਹੋਇਆ ਅਤੇ ਉਹ ਕੀ ਕਰਦੇ ਨੇ ਕਿ 50% ਦੇ ਉੱਤੇ ਟੈਕਸ ਲਗਾਉਂਦੀ ਗੌਰਮੈਂਟ, 50% 'ਤੇ ਨਹੀਂ ਲਗਾਉਂਦੀ। ਦੈਟ ਮੀਨਸ ਕਿ ਜੇ 1 ਮਿਲੀਅਨ ਦਾ ਪ੍ਰੋਫਿਟ ਹੋਇਆ ਸੀ, 1/2 ਮਿਲੀਅਨ 'ਤੇ ਗੌਰਮੈਂਟ ਨੇ ਟੈਕਸ ਕੈਲਕੂਲੇਟ ਜੋ ਵੀ ਬੰਦਾ ਸੀ ਲੈ ਲਿਆ, ਪਰ 1/2 ਮਿਲੀਅਨ ਜਿਹੜਾ ਹੈਗਾ ਕੰਪਨੀ ਦੇ ਵਿੱਚ ਸ਼ੋਅ ਹੋ ਰਿਹਾ ਹੈਗਾ ਐਜ਼ ਏ ਕੈਪੀਟਲ ਡਿਵੀਡੈਂਡ ਅਕਾਊਂਟ, ਅਤੇ ਉਹ ਪਿਆ ਰਹੇਗਾ ਕੰਪਨੀ ਦੇ ਵਿੱਚ ਕੈਪੀਟਲ ਗੇਨ, ਪਰ ਉਹਦੇ ਉੱਤੇ ਟੈਕਸ ਨਹੀਂ ਲੱਗੇਗਾ, ਠੀਕ ਹੈ ਨਾ। ਉਹ ਵੱਧਦਾ ਜਾਂਦਾ ਹੈਗਾ। ਐਕਚੁਅਲੀ ਇਹ ਕੈਸ਼ ਨਹੀਂ ਹੁੰਦਾ ਹੈਗਾ, ਕਿਉਂਕਿ ਕੈਸ਼ ਤੇ ਕੰਪਨੀ ਦੇ ਵਿੱਚ ਜਿਹੜਾ ਹੈਗਾ ਅੱਗੇ ਤੋਂ ਅੱਗੇ ਇਨਵੈਸਟ ਹੁੰਦਾ ਰਹਿੰਦਾ ਹੈਗਾ, ਜੋ ਵੀ ਕੰਪਨੀ ਦਾ ਪ੍ਰੋਫਿਟ ਹੁੰਦਾ ਹੈਗਾ।
ਪਰ ਇਹ ਅਕਾਊਂਟ ਦੇ ਵਿੱਚ ਜ਼ਰੂਰ ਸ਼ੋ ਕਰਦਾ ਹੈਗਾ ਕਿ ਕੈਪੀਟਲ ਡਿਵੀਡੈਂਡ ਅਕਾਊਂਟ ਉਸ ਕੰਪਨੀ ਦਾ ਕਿੰਨਾ ਹੈਗਾ। ਸੋ ਇਸੇ ਤਰ੍ਹਾਂ ਫੰਡਿੰਗ ਕ੍ਰਾਸ ਪਰਚੇਜ਼ ਬਾਏ ਸੈਲ ਐਗਰੀਮੈਂਟਸ, ਵੀ ਇਹ ਕਿੱਥੋਂ ਪੈਸੇ ਆਉਣਗੇ, ਜਾਂ ਤਾਂ ਉਹ ਬੰਦਾ ਆਪਣੇ ਕੋਲ ਦੇ ਦੇ, ਜਾਂ ਫਿਰ ਬੈਸਟ ਵੇ ਹੈਗਾ ਕਿ ਇੰਸ਼ੋਰੈਂਸ ਕੰਪਨੀ ਤੋਂ ਜਿਹੜਾ ਹੈਗਾ ਇੰਸ਼ੋਰੈਂਸ ਲਈਦਾ। ਇਹਦੇ ਵਿੱਚ ਕੀ ਹੈਗਾ ਕਿ ਹੁਣ ਇਹ ਸਮਝਾਇਆ ਹੈਗਾ ਕਿ ਇੰਸ਼ੋਰੈਂਸ ਅੱਗੇ ਆਪਾਂ ਪਹਿਲੇ ਜਿਹੜਾ ਸੀ ਸਲਾਈਡ ਉਹਦੇ ਵਿੱਚ ਵੇਖਿਆ ਕਿ ਜੈਕ ਇੰਸ਼ੋਰੈਂਸ ਲੈ ਰਿਹਾ ਹੈਗਾ ਐਲਫਰੈਡ ਲੈ ਰਿਹਾ ਜੈਕ ਦੀ, ਪਰ ਇਹਦੇ ਵਿੱਚ ਕੀ ਹੈਗਾ ਕਿ ਜੈਕਲਿਨ ਕਾਰਪੋਰੇਸ਼ਨ ਹੀ ਜਿਹੜੀ ਹੈ ਦੋਨਾਂ ਦੀ ਇੰਸ਼ੋਰੈਂਸ ਲੈ ਰਹੀ ਉਹਨੇ, ਔਰ ਇਹਦੇ ਨਾਲ ਕੀ ਇੰਸ਼ੋਰੈਂਸ ਕੰਪਨੀ ਪ੍ਰੀਮੀਅਮ ਪੇ ਕਰ ਰਹੇ ਨੇ। ਜਦੋਂ ਜੈਕ ਦੀ ਮੰਨ ਲਓ ਡੈਥ ਹੋ ਜਾਂਦੀ ਹੈਗੀ ਆ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈਗਾ, ਪਰ ਜਿਹੜੇ ਇੰਸ਼ੋਰੈਂਸ ਕੰਪਨੀ ਪੈਸੇ ਦੇ ਰਹੀ ਹੈ ਜੈਕਲਿਨ ਕਾਰਪੋਰੇਸ਼ਨ ਨੂੰ। ਇਹਦੇ ਨਾਲ ਕੀ ਹੈਗਾ ਕਿ ਹੁਣ ਕਿਉਂਕਿ 100% ਓਨਰ ਇਹਦੀ ਹੈਗੀ ਆ, ਐਲਫਰੈਡ ਦੀ ਹੈਗੀ ਆ, ਅਤੇ ਐਲਫਰੈਡ ਕੈਪੀਟਲ ਡਿਵੀਡੈਂਡ ਅਕਾਊਂਟ ਉਹਦੇ ਕੋਲ ਪਿਆ, ਉੱਥੋਂ ਪੈਸੇ ਲੈ ਕੇ ਅਤੇ ਅਸਟੇਟ ਜਿਹੜਾ ਜੈਕ ਦਾ ਅਸਟੇਟ ਹੈ ਉਹਦੇ ਕੋਲੋਂ ਜਿਹੜੇ ਹੈਗੇ ਨੇ ਉਹਦੇ ਸਾਰੇ ਸ਼ੇਅਰ ਵਾਪਸ ਖਰੀਦ ਲੈਂਦਾ ਹੈਗਾ। ਥੋੜ੍ਹਾ ਧਿਆਨ ਨਾਲ ਪੜ੍ਹੋਗੇ, ਮੈਨੂੰ ਲੱਗਦਾ ਸਮਝ ਆਇਆ ਨਹੀਂ, ਨਾ ਲੱਗੇ ਤੇ ਆਮ ਹੈ। ਇੱਕ ਤਾਂ ਇਹ ਹੁੰਦਾ ਹੈਗਾ ਕਿ ਫੰਡਿੰਗ ਇੱਕ ਇਹ ਤਰੀਕਾ ਹੁੰਦਾ ਕਿ ਬਾਏ ਬੈਕ ਹੋ ਜਾਂਦੇ ਹੈਗੇ ਨੇ। ਮੰਨ ਲਓ ਕਿ 200 ਸ਼ੇਅਰ ਸੀ ਕੰਪਨੀ ਦੇ ਵਿੱਚ, ਇੱਕ ਬੰਦੇ ਦੀ ਡੈਥ ਹੋਈ ਅਤੇ ਉਹਦਾ 100 ਸ਼ੇਅਰ ਜਿਹੜਾ ਸਰਵਾਈਵਲ ਹੈਗਾ ਉਹਨੇ ਖਰੀਦ ਲਏ, ਅਤੇ ਉਹਦੇ ਕੋਲ 200 ਸ਼ੇਅਰ ਹੋ ਗਏ। ਇੱਕ ਤਾਂ ਇਹ ਤਰੀਕਾ ਹੁੰਦਾ। ਅੱਜ ਫੰਡਿੰਗ ਸ਼ੇਅਰ ਰਿਡੈਂਪਸ਼ਨ ਦਾ ਮਤਲਬ ਹੁੰਦਾ ਕਿ 100 ਸ਼ੇਅਰ ਖਤਮ ਹੀ ਹੋ ਜਾਂਦੇ ਨੇ, ਠੀਕ ਹੈ ਵੀ ਮੰਨ ਲਓ ਕਿ ਜੇ 200 ਸ਼ੇਅਰ ਸੀ ਅਤੇ 100 ਸ਼ੇਅਰ ਜਿਹੜੇ ਕੰਪਨੀ ਨੇ ਰਿਡੀਮ ਕਰ ਦਿੰਦੇ ਨੇ, ਉਹਨੇ ਮਤਲਬ ਵੀ ਬਾਏ ਬੈਕ ਕਰਕੇ ਉਹਨੂੰ ਖਤਮ ਹੀ ਕਰ ਦੇਣਾ ਹੈਗਾ। ਤਾਂ ਉਹਦੇ ਨਾਲ ਕੀ ਹੋਏਗਾ, ਜੇ 100 ਸ਼ੇਅਰ ਵੀ ਬਚਣਗੇ, ਪਰ ਇੱਥੇ ਅੱਗੇਲੀ ਸਲਾਈਡ ਦੇ ਵਿੱਚ ਇਹ ਸਮਝਾਇਆ ਗਿਆ ਹੈਗਾ ਕਿ ਜੇ ਉਹ 100 ਸ਼ੇਅਰ ਉਹਦੇ ਖਤਮ ਵੀ ਹੋਣਗੇ ਤਾਂ ਵੀ ਜਿਹੜੇ ਹੁਣ ਬਾਕੀ ਜਿਹੜੇ ਸ਼ੇਅਰ ਬਚਦੇ ਨੇ 100, ਉਹਦੇ ਕਰਕੇ 100% ਓਨਰਸ਼ਿਪ ਜਿਹੜੀ ਐਲਫਰੈਡ ਦੀ ਹੋ ਜਾਂਦੀ ਹੈਗੀ ਆ। ਸੋ ਇਹ ਸੀ ਆਪਣਾ 8ਵਾਂ ਚੈਪਟਰ ਕਿ ਜਿਹੜੇ ਪਾਰਟਨਰਸ਼ਿਪ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਜਿਹੜਾ ਹੈਗਾ ਵੀ ਉਹ ਲਾਈਫ ਇੰਸ਼ੋਰੈਂਸ ਕਿਸ ਤਰ੍ਹਾਂ ਹੈਲਪਫੁਲ ਹੋ ਸਕਦੀ ਆ ਟੂ ਰਨ ਸਮੂਥਲੀ ਦਾ ਬਿਜ਼ਨਸ। ਸੋ ਅਗਰ ਫਿਰ ਵੀ ਤੁਹਾਨੂੰ ਕੋਈ ਗੱਲ ਨਾ ਸਮਝ ਲੱਗੀ ਹੋਵੇ ਤੇ ਐਨੀ ਟਾਈਮ ਯੂ ਕੈਨ ਕੰਟੈਕਟ ਮੀ ਐਟ satvinder.insurance@gmail.com। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਐਂਡ ਬੈਸਟ ਆਫ ਲੱਕ।